किताब तूफाना दा शाह असवार शहीद करतार सिंह सराभा। लेखक सरदार अजमेर सिंह। भाग 20वां। आवाज़ भाई गुरजंट सिंह रूपोवाली। सराभे दे अमरीका तो तुरन दा रहस। प्रचार दी हनेरी काफले तुर पए अते सामराजी पेशबंदियां। वाहिगुरू जी का खालसा वाहिगुरू जी की फतेह। भाई करतार सिंह सराभा ਜੁਗਾਂਤਰ ਆਸ਼ਰਮ ਵਿੱਚ ਹੋਈ ਇਸ ਇਤਿਹਾਸਕ ਮੀਟਿੰਗ ਤੋਂ ਪਹਿਲਾਂ ਹੀ ਦੇਸ਼ ਲਈ ਰਵਾਨਾ ਹੋ ਚੁੱਕਾ ਸੀ। ਉਸ ਦੇ ਅਜਿਹਾ ਕਰਨ ਦਾ ਸਬੱਬ ਕੀ ਬਣਿਆ, ਇਸ ਬਾਰੇ ਇੱਕ ਗਲਤ ਧਾਰਨਾ ਪ੍ਰਚਲਿਤ ਹੋ ਗਈ ਹੈ। ਇਸ ਗਲਤ ਧਾਰਨਾ ਦਾ ਸੋਮਾ ਗਦਰ ਲਹਿਰ ਦੇ ਪ੍ਰਮੁੱਖ ਇਤਿਹਾਸਕਾਰ ਗੁਰਚਰਨ ਸਿੰਘ ਸੈਂਸਰਾ ਵੱਲੋਂ ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਦੇ ਹਵਾਲੇ ਨਾਲ ਦਰਜ ਕੀਤਾ ਇਦਰਾਜ ਹੈ। ਉਸ ਨੇ ਲਿਖਿਆ ਹੈ, ਭਾਈ ਕਰਤਾਰ ਸਿੰਘ ਸਰਾਭਾ ਤਾਂ ਇੰਨਾ ਉਤਾਵਲਾ ਸੀ ਕਿ ਉਸਨੇ ਕਿਸੇ ਮੀਟਿੰਗ ਜਾਂ ਫੈਸਲੇ ਨੂੰ ਨਹੀਂ ਉਡੀਕਿਆ। ਉਹ ਇਸ ਡਰ ਤੋਂ ਕਿ ਮਤਾਂ ਪਾਰਟੀ ਉਹਦੀ ਉੱਥੇ ਪਿੱਛੇ ਕੰਮ ਚਲਾਉਣ ਦੀ ਡਿਊਟੀ ਨਾ ਲਾ ਦੇਵੇ, 9-10 ਦੀਆਂ ਮੀਟਿੰਗਾਂ ਤੋਂ ਅਗੇਤਰਾ ਹੀ ਆਪਣੇ ਆਪ ਰਘਬੀਰ ਦਿਆਲ ਨੂੰ ਨਾਲ ਲੈ ਕੇ ਦੇਸ਼ ਤੁਰ ਪਿਆ। ਆਪਣੀ ਜਣੇ ਭਾਈ ਹਰਨਾਮ ਸਿੰਘ ਨੇ ਤੇ ਗੁਰਚਰਨ ਸਿੰਘ ਸੈਂਸਰਾ ਨੇ ਵੀ ਇਹ ਗੱਲ ਕਰਤਾਰ ਸਿੰਘ ਸਰਾਭਾ ਦੀ ਵਡਿਆਈ ਵਿੱਚ ਉਸ ਦੀ ਇਨਕਲਾਬੀ ਸਪਿਰਟ ਦੀ ਤੀਬਰਤਾ ਦਰਸਾਉਣ ਲਈ ਕਹੀ ਹੈ, ਪਰ ਹਕੀਕਤ ਵਿੱਚ ਇਹ ਸਰਾਭੇ ਦੀ ਵਡਿਆਈ ਨਹੀਂ ਬਦਖੋਈ ਬਣਦੀ ਹੈ। ਇਸ ਵਿੱਚੋਂ ਸਰਾਭੇ ਦਾ ਆਪ ਹੁਦਰੇ ਵਿਅਕਤੀ ਦਾ ਪ੍ਰਭਾਵ ਬਣਦਾ ਹੈ, ਜਿਹੜਾ ਕਿ ਪੂਰੀ ਤਰ੍ਹਾਂ ਗਲਤ ਹੈ। ਗਦਰ ਪਾਰਟੀ ਦੇ ਸਮੁੱਚੇ ਅਭਿਆਸ ਵਿੱਚੋਂ ਇਹ ਗੱਲ ਭਲੀ ਭਾਂਤ ਉਜਾਗਰ ਹੋਈ ਹੈ ਕਿ ਇਹ ਪਾਰਟੀ ਆਪੋ ਆਪਣੀ ਮਰਜ਼ੀ ਮੁਤਾਬਕ ਚੱਲਣ ਵਾਲੇ ਆਪ ਹੁਦਰੇ ਤੇ ਆਪ ਮੁਹਾਰੇ ਵਿਅਕਤੀਆਂ ਦਾ ਇਕੱਠ ਨਹੀਂ ਸੀ। ਇਹ ਪਾਰਟੀ ਨੂੰ ਮੁਕੰਮਲ ਰੂਪ ਵਿੱਚ ਸਮਰਪਿਤ ਸਿਰਲੱਥ ਜੁਝਾਰੂਆਂ ਦਾ ਦਲ ਸੀ। ਪਾਰਟੀ ਦੇ ਸਾਰੇ ਫੈਸਲੇ ਪੂਰੀ ਸੋਚ ਵਿਚਾਰ ਕਰਕੇ ਸਾਰੇ ਮੈਂਬਰਾਂ ਦੀ ਰਾਏ ਤੇ ਸਹਿਮਤੀ ਨਾਲ ਕੀਤੇ ਜਾਂਦੇ ਸਨ ਅਤੇ ਪਾਰਟੀ ਦਾ ਹਰ ਮੈਂਬਰ ਸਮੂਹਕ ਰੂਪ ਵਿੱਚ ਹੋਏ ਫੈਸਲੇ ਨੂੰ ਪੂਰਨ ਇਮਾਨਦਾਰੀ ਤੇ ਵਫਾਦਾਰੀ ਨਾਲ ਲਾਗੂ ਕਰਨ ਲਈ ਵਚਨਬੱਧ ਹੁੰਦਾ ਸੀ। ਇੱਥੇ ਮੈਂਬਰਾਂ ਦੀਆਂ ਨਿੱਜੀ ਪਸੰਦਾਂ ਤੇ ਇਛਾਵਾਂ ਨੂੰ ਪਾਰਟੀ ਦੀਆਂ ਸਮੂਹਕ ਲੋੜਾਂ ਤੇ ਫੈਸਲਿਆਂ ਦੀ ਅਧੀਨਗੀ ਕਬੂਲ ਕਰਨੀ ਪੈਂਦੀ ਸੀ। ਇਹ ਸਮੂਹਕ ਸਪਿਰਟ ਪਾਰਟੀ ਦੀ ਵੱਡੀ ਸਿਫਤ ਤੇ ਵਿਲੱਖਣਤਾ ਸੀ। ਭਾਈ ਕਰਤਾਰ ਸਿੰਘ ਸਰਾਭਾ ਦੇ ਸਮੁੱਚੇ ਇਨਕਲਾਬੀ ਜੀਵਨ ਵਿੱਚੋਂ ਅਜਿਹੀ ਇੱਕ ਵੀ ਮਿਸਾਲ ਨਹੀਂ ਮਿਲਦੀ ਜਦੋਂ ਉਸਨੇ ਆਪਣੀ ਕਿਸੇ ਨਿੱਜੀ ਪਸੰਦ ਜਾਂ ਇੱਛਾ ਨੂੰ ਪਾਰਟੀ ਦੀ ਸਮੂਹਕ ਲੋੜ ਨਾਲੋਂ ਉੱਪਰ ਰੱਖਿਆ ਹੋਵੇ। ਇਹ ਠੀਕ ਹੈ ਕਿ ਉਸ ਦਾ ਇਨਕਲਾਬੀ ਜੋਸ਼ ਤੇ ਜਜ਼ਬਾ ਡੁੱਲ ਪੈਂਦਾ ਸੀ, ਪਰ ਉਸਨੇ ਕਦੇ ਵੀ ਕਿਸੇ ਵੀ ਸੂਰਤ ਵਿੱਚ ਪਾਰਟੀ ਦੇ ਬੰਦੇਜ ਨੂੰ ਤੋੜਨ ਦੀ ਕੋਤਾਹੀ ਨਹੀਂ ਕੀਤੀ ਸੀ। ਬਹਾਦਰ ਤੇ ਸਿਰਲੱਥ ਹੋਣ ਦੇ ਨਾਲੋਂ ਨਾਲ ਪਾਰਟੀ ਦਾ ਜ਼ਬਤਬੱਧ ਸਿਪਾਹੀ ਹੋਣਾ ਉਸ ਦੀ ਖਾਸ ਗੁਣ ਵਿਸ਼ੇਸ਼ਤਾ ਸੀ। ਇਸ ਕਰਕੇ ਉਸ ਬਾਰੇ ਇਹ ਕਹਿਣਾ ਕਿ ਉਹ ਪਾਰਟੀ ਦੀ ਕਿਸੇ ਮੀਟਿੰਗ ਜਾਂ ਫੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਆਪਣੇ ਆਪ ਰਘਬੀਰ ਦਿਆਲ ਨੂੰ ਨਾਲ ਲੈ ਕੇ ਦੇਸ਼ ਤੁਰ ਪਿਆ, ਜਿੱਥੇ ਉਸ ਦੀ ਸ਼ਖਸੀਅਤ ਦਾ ਗਲਤ ਚਿਤਰਨ ਕਰਦਾ ਹੈ, ਉੱਥੇ ਇਹ ਗੱਲ ਤੱਥ ਦੇ ਤੌਰ ਤੇ ਵੀ ਸਹੀ ਨਹੀਂ ਹੈ। ਅਸਲ ਗੱਲ ਕੀ ਹੋਈ ਸੀ, ਇਸ ਬਾਰੇ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਲਤਾਲਾ ਦੇ ਕਥਨਾਂ ਤੋਂ ਭਰਪੂਰ ਇਸ਼ਾਰੇ ਮਿਲ ਜਾਂਦੇ ਹਨ। ਬਾਬਾ ਭਕਨਾ ਜੀ ਦੇ ਦੱਸਣ ਅਨੁਸਾਰ ਜਦੋਂ ਪਾਰਟੀ ਨੇ ਇਨਕਲਾਬ ਲਈ ਹਿੰਦੁਸਤਾਨ ਜਾਣ ਦਾ ਫੈਸਲਾ ਕੀਤਾ ਤਾਂ ਕਰਤਾਰ ਸਿੰਘ ਸਰਾਭਾ ਸਭ ਤੋਂ ਪਹਿਲਾਂ ਤੁਰ ਪਿਆ। ਉਹ ਇਕੱਲਾ ਨਹੀਂ ਆਇਆ ਸੀ, ਸਗੋਂ 3 ਅਮਰੀਕਨ ਇਨਕਲਾਬੀ ਦੋਸਤ, ਜਿਨ੍ਹਾਂ ਚੋਂ ਇੱਕ ਇਸਤਰੀ ਤੇ 2 ਮਰਦ ਸਨ, ਉਸ ਦੇ ਨਾਲ ਸਨ। ਇਹ ਅਮਰੀਕਨ ਇਨਕਲਾਬੀ ਦੋਸਤ ਕੌਣ ਸਨ ਅਤੇ ਇਹ ਭਾਰਤ ਕਿਸ ਕੰਮ ਲਈ ਆ ਰਹੇ ਸਨ, ਇਸ ਦਾ ਇੱਕ ਇਸ਼ਾਰਾ ਭਾਈ ਕਰਤਾਰ ਸਿੰਘ ਲਤਾਲਾ ਦੇ ਬਿਆਨ ਤੋਂ ਮਿਲਦਾ ਹੈ, ਜੋ ਗੁਰਚਰਨ ਸਿੰਘ ਸੈਂਸਰਾ ਨੇ ਆਪਣੇ ਗਦਰ ਪਾਰਟੀ ਦੇ ਇਤਿਹਾਸ ਦੇ ਸਫਾ 102-3 ਤੇ ਦਰਜ ਕੀਤਾ ਹੈ। ਭਾਈ ਕਰਤਾਰ ਸਿੰਘ ਲਤਾਲਾ ਆਪਣੇ ਬਿਆਨ ਵਿੱਚ ਦੱਸਦੇ ਹਨ, ਭਾਈ ਭਗਤ ਸਿੰਘ ਉਰਫ ਗਾਂਧਾ ਸਿੰਘ ਤੇ ਮੈਨੂੰ ਜੰਗ ਛੇੜਨ ਤੋਂ ਪਹਿਲਾਂ ਹਿੰਦੁਸਤਾਨ ਭੇਜਿਆ ਗਿਆ ਕਿ ਅਸੀਂ ਪੰਜਾਬੋਂ ਹਟਵੀਂ ਕਿਸੇ ਰਿਆਸਤ ਵਿੱਚ ਜ਼ਮੀਨ ਖਰੀਦ ਕੇ ਉੱਥੇ ਖੁਫੀਆ ਪ੍ਰੈਸ ਲਾਈਏ। ਅਖਬਾਰ ਦੇ ਮਜ਼ਮੂਨ ਸਾਨ ਫਰਾਂਸਿਸਕੋ ਤੋਂ ਲਿਖੇ ਜਾ ਕੇ ਇੰਗਲੈਂਡ ਇੱਕ ਕੱਪੜੇ ਦੀ ਫਰਮ ਪਾਸ ਜਾਇਆ ਕਰਦੇ ਸਨ। ਉਥੋਂ ਉਸ ਫਰਮ ਦੀ ਦਿੱਲੀ ਬ੍ਰਾਂਚ ਪਾਸ, ਇਥੋਂ ਅਗਾਂ ਕੈਲੀਫੋਰਨੀਆ ਤੋਂ ਆਉਣ ਵਾਲੀ ਇੱਕ ਰੂਸੀ ਕੁੜੀ ਮਿਸ ਰੂਜ਼ੋ ਕੁਹਰ ਨੇ ਉਹ ਮਜ਼ਮੂਨ ਇਹਨਾਂ ਨੂੰ ਭਾਰਤ
ਪਹੁੰਚਾਇਆ ਕਰਨੇ ਸਨ। ਇਹ ਮਜ਼ਮੂਨ ਫਿਰ ਪ੍ਰੈਸ ਵਿੱਚ ਛਪ ਕੇ ਤੇ ਛਪੇ ਅਖਬਾਰ ਸੂਟ ਕੇਸਾਂ ਵਿੱਚ ਬੰਦ ਕਰਕੇ ਕਿਸੇ ਲਾਗੇ ਦੇ ਹੀ ਸ਼ਹਿਰ ਵਿੱਚ ਇਸ ਰੂਸੀ ਕੁੜੀ ਨੂੰ ਦਿੱਤੇ ਜਾਇਆ ਕਰਦੇ ਸਨ, ਜਿਸ ਨੇ ਇਸ ਨੂੰ ਪੰਜਾਬ ਤੇ ਹਿੰਦੁਸਤਾਨ ਵਿੱਚ ਵੰਡਾਈ ਦੇ ਸ਼ਹਿਰੀ ਅੱਡਿਆਂ ਉੱਤੇ ਪਹੁੰਚਾਇਆ ਕਰਨਾ ਸੀ। ਇੱਕ ਬੁੱਢੇ ਅੰਗਰੇਜ਼ ਸੋਸ਼ਲਿਸਟ ਤੇ ਅਮਰੀਕਨ ਮਜ਼ਦੂਰ ਲੀਡਰ ਨੇ, ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ, ਸਾਡੀ ਸਹਾਇਤਾ ਲਈ ਹਿੰਦ ਆਉਣਾ ਸੀ। ਅਜੇ ਅਸੀਂ ਜਾਪਾਨ ਵਿੱਚ ਹੀ ਸਾਂ ਕਿ ਜੰਗ ਲੱਗ ਪਈ। ਸਾਡੇ ਹਿੰਦ ਵਿੱਚ ਆ ਜਾਣ ਤੋਂ ਬਾਅਦ ਟਾਪੂਆਂ ਵਿੱਚੋਂ ਆਉਣ ਵਾਲਿਆਂ ਦੀ ਹਿੰਦ ਵਿੱਚ ਫੜੋ ਫੜੀ ਸ਼ੁਰੂ ਹੋ ਗਈ। ਸਾਡੇ ਜ਼ਿੰਮੇ ਲੱਗਾ ਇਹ ਕੰਮ ਵਿੱਚੇ ਰਹਿ ਗਿਆ। ਇਸ ਵਿਅਕਤੀ ਦਾ ਨਾਂ ਜੈਕ ਸੀ, ਜੋ ਬੰਬ ਬਣਾਉਣ ਦਾ ਮਾਹਰ ਸੀ ਅਤੇ ਆਇਰਿਸ਼ ਇਨਕਲਾਬੀ ਪਾਰਟੀ ਰਾਹੀਂ ਗਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਪੂਰੀ ਟੀਮ ਲੈ ਕੇ ਇੱਕ ਵੱਡੀ ਪਲਾਨ ਦੇ ਤਹਿਤ ਭਾਰਤ ਨੂੰ ਚੱਲਿਆ ਸੀ। ਇਸ ਦੀ ਪੁਸ਼ਟੀ ਭਾਈ ਹਰਨਾਮ ਸਿੰਘ ਦੇ ਹੀ ਇੱਕ ਸਵੈ ਕਥਨ ਤੋਂ ਵੀ ਹੁੰਦੀ ਹੈ। ਗਦਰ ਦੇ ਅਸਫਲ ਹੋ ਜਾਣ ਦੇ ਕਈ ਦਹਾਕਿਆਂ ਬਾਅਦ ਭਾਈ ਹਰਨਾਮ ਸਿੰਘ ਨੇ ਇੱਕ ਗੱਲਬਾਤ ਦੌਰਾਨ ਜੰਗ ਛਿੜ ਪੈਣ ਉਪਰੰਤ ਅਮਰੀਕਾ ਅੰਦਰ ਗਦਰ ਪਾਰਟੀ ਦੇ ਫੌਰੀ ਪ੍ਰਤੀਕਰਮ ਦੀ ਵਿਆਖਿਆ ਕਰਦਿਆਂ ਸਰਾਭੇ ਦੇ ਅਮਰੀਕਾ ਤੋਂ ਚੱਲਣ ਬਾਰੇ ਇਹ ਵੇਰਵਾ ਦਿੱਤਾ ਸੀ। ਉਧਰ ਕਰਤਾਰ ਸਿੰਘ ਸਰਾਭਾ ਜੰਗ ਛੜਨ ਕਰਕੇ ਹਵਾਈ ਜਹਾਜ਼ ਚਲਾਉਣਾ ਸਿੱਖਣ ਦਾ ਕੰਮ ਅਧੂਰਾ ਛੱਡ ਕੇ ਹੀ ਭਾਰਤ ਚਲਾ ਆਇਆ ਸੀ। ਉਹ ਰਘਬੀਰ ਦਿਆਲ ਗੁਪਤਾ, ਅਮਰੀਕੀ ਇਨਕਲਾਬੀ ਗੋਰਾ ਜੈਕ ਅਤੇ ਆਪਣੇ 2-3 ਪੰਜਾਬੀ ਮਿੱਤਰਾਂ ਨੂੰ ਨਾਲ ਲੈ ਕੇ ਪਾਰਟੀ ਫੈਸਲੇ ਦੀ ਉਡੀਕ ਕੀਤੇ ਬਗੈਰ ਹੀ ਹਿੰਦੁਸਤਾਨ ਨੂੰ ਚੱਲ ਪਿਆ ਸੀ। ਇਹ ਜਥਾ ਕੋਲੰਬੋ ਦੇ ਰਾਹ ਹਿੰਦੁਸਤਾਨ ਵਿੱਚ ਦਾਖਲ ਹੋਇਆ ਸੀ। ਅਮਰੀਕਨ ਗੋਰੇ ਪਾਸਪੋਰਟ ਨਾ ਹੋਣ ਕਰਕੇ ਉਸ ਨੂੰ ਵਾਪਸ ਮੋੜ ਦਿੱਤਾ ਗਿਆ ਸੀ। ਭਾਈ ਹਰਨਾਮ ਸਿੰਘ ਦੇ ਉਪਰੋਕਤ ਕਥਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੂੰ ਸਰਾਭੇ ਦੇ ਅਮਰੀਕਾ ਤੋਂ ਚੱਲਣ ਬਾਰੇ ਤੱਥਾਂ ਦੀ ਪੂਰੀ ਤੇ ਸਹੀ ਜਾਣਕਾਰੀ ਨਹੀਂ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਸਰਾਭੇ ਦੇ ਟੀਮ ਸਮੇਤ ਭਾਰਤ ਜਾਣ ਦਾ ਫੈਸਲਾ ਗੁਪਤ ਕਮਿਸ਼ਨ ਅੰਦਰ ਹੀ ਵਿਚਾਰਿਆ ਗਿਆ ਸੀ। ਇਸ ਬਾਰੇ ਗੁਪਤ ਕਮਿਸ਼ਨ ਦੇ 3 ਮੈਂਬਰਾਂ ਤੋਂ ਇਲਾਵਾ ਹੋਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਦੂਜੀ ਗੱਲ ਇਹ ਕਿ ਸਰਾਭੇ ਦੇ ਅਮਰੀਕਾ ਤੋਂ ਚੱਲਣ ਵੇਲੇ ਭਾਈ ਹਰਨਾਮ ਸਿੰਘ ਸਟਾਕਟਨ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਹਨਾਂ ਦੇ ਆਪਣੇ ਹੀ ਦੱਸਣ ਅਨੁਸਾਰ ਉਸ ਅਰਸੇ ਦੌਰਾਨ ਪਾਰਟੀ ਦੀਆਂ ਸਰਗਰਮੀਆਂ ਬਾਰੇ ਭਾਈ ਸੰਤੋਖ ਸਿੰਘ ਹਰ ਦੂਜੇ ਤੀਜੇ ਦਿਨ ਸਟਾਕਟਨ ਹਸਪਤਾਲ ਵਿੱਚ ਜਾ ਕੇ ਮੈਨੂੰ ਸਾਰੀ ਗੱਲਬਾਤ ਤੋਂ ਜਾਣੂ ਕਰਵਾਉਂਦੇ ਰਹੇ। ਅਜਿਹੀ ਹਾਲਤ ਵਿੱਚ ਭਾਈ ਹਰਨਾਮ ਸਿੰਘ ਦੀ ਜਾਣਕਾਰੀ ਅਧੂਰੀ ਹੋਣ ਅਤੇ ਇਸ ਅਧੂਰੀ ਜਾਣਕਾਰੀ ਦੇ ਆਧਾਰ ਤੇ ਉਹਨਾਂ ਵੱਲੋਂ ਕੁਝ ਗਲਤ ਨਿਰਣੇ ਕੱਢ ਲੈਣ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਭਾਈ ਹਰਨਾਮ ਸਿੰਘ ਆਪ ਪੂਰੇ ਤੰਦਰੁਸਤ ਹੋ ਜਾਣ ਉਪਰੰਤ ਦਸੰਬਰ ਵਿੱਚ ਭਾਰਤ ਪਹੁੰਚੇ ਸਨ। ਗੁਰਚਰਨ ਸਿੰਘ ਸੈਂਸਰਾ ਦਾ ਜ਼ਿੰਮੇਵਾਰ ਇਤਿਹਾਸਕਾਰ ਹੋਣ ਦੇ ਨਾਤੇ ਇਹ ਫਰਜ਼ ਬਣਦਾ ਸੀ ਕਿ ਉਹ ਭਾਈ ਹਰਨਾਮ ਸਿੰਘ ਦੇ ਕਥਨ ਨੂੰ ਬਿਨਾਂ ਘੋਖੇ ਪ੍ਰਵਾਨ ਕਰ ਲੈਣ ਦੀ ਥਾਂ ਉਸ ਕੋਲ ਹਾਸਲ ਦੂਸਰੇ ਤੱਥਾਂ, ਜਿਨ੍ਹਾਂ ਦਾ ਹਵਾਲਾ ਉੱਪਰ ਦਿੱਤਾ ਗਿਆ ਹੈ, ਦੀ ਰੌਸ਼ਨੀ ਵਿੱਚ ਇਸ ਦੀ ਪੂਰੀ ਨਿਰਖ ਪਰਖ ਕਰਦਾ। ਬਾਅਦ ਵਿੱਚ ਜਾ ਕੇ ਬਹੁਤ ਸਾਰੇ ਕੱਚ ਘਰੜ ਜੀਵਨੀਕਾਰਾਂ ਨੇ ਵੀ ਸੈਂਸਰੇ ਦੀ ਗਲਤੀ ਨੂੰ ਸੋਧਣ ਦੀ ਬਜਾਏ ਇਸ ਨੂੰ ਇਨ ਬਿਨ ਦੁਹਰਾ ਦਿੱਤਾ ਹੈ। ਇੱਕ ਤੱਥ ਬਾਬਾ ਸੋਹਣ ਸਿੰਘ ਭਕਨਾ ਜੀ ਨੇ ਲਿਖਿਆ ਹੈ ਕਿ ਜਦੋਂ ਉਹਨਾਂ ਦਾ ਜਹਾਜ਼ ਯੋਕੋਹਾਮਾ ਤੋਂ ਚੱਲ ਕੇ ਜਾਪਾਨ ਦੇ ਹੀ ਇੱਕ ਦੂਸਰੇ ਘਾਟ ਕੋਬੇ ਉੱਤੇ ਜਾ ਲੱਗਿਆ ਤਾਂ ਮੈਂ ਜਹਾਜ਼ੋਂ ਉਤਰ ਕੇ ਫਲੋਹਾਰ ਖਰੀਦਣ ਸ਼ਹਿਰ ਨੂੰ ਟੁਰਨ ਲੱਗਾ ਸੀ ਕਿ ਭਾਈ ਕਰਤਾਰ ਸਿੰਘ ਸਰਾਭਾ ਤੇ ਇੱਕ ਹੋਰ ਦੇਸ਼ ਭਗਤ ਜਹਾਜ਼ ਵੱਲ ਆ ਰਹੇ ਨਜ਼ਰ ਪਏ। ਭਾਈ ਕਰਤਾਰ ਸਿੰਘ ਨੂੰ ਮਿਲਣਪੁਰ ਮਾਲੂਮ ਹੋਇਆ ਕਿ ਸਾਰੇ ਦੇਸ਼ ਭਗਤ ਅਮਰੀਕਾ ਤੋਂ ਹਿੰਦੁਸਤਾਨ ਨੂੰ ਟੁਰਨ ਵਾਲੇ ਸਨ। ਆਸ ਹੈ ਸਾਰੇ ਛੇਤੀ ਹੀ ਆ ਜਾਣਗੇ। ਭਾਈ ਕਰਤਾਰ ਸਿੰਘ ਨੂੰ ਮੈਂ ਸਮਝਾਇਆ ਕਿ ਆਪ ਦੋਵੇਂ ਸਿੱਧੇ ਹਿੰਦੁਸਤਾਨ ਨੂੰ ਚਲੇ ਜਾਓ। ਮੈਂ ਚੀਨ ਤੇ ਮਲਾਇਆ ਵਿੱਚ ਹੁੰਦਾ ਹੋਇਆ ਅਤੇ ਉੱਥੋਂ ਦੀਆਂ ਗਦਰ ਪਾਰਟੀਆਂ ਨੂੰ ਮਿਲ ਮਿਲਾ ਕੇ ਹਿੰਦੁਸਤਾਨ ਆਵਾਂਗਾ। ਆਪ ਨੇ ਮੇਰੇ ਆਉਣ ਤੱਕ ਦੇਸ਼ ਦੀ ਹਾਲਤ ਦਾ ਅਨੁਮਾਨ ਕਰਦੇ ਰਹਿਣਾ ਭਈ ਕਿੱਥੇ ਕੁ ਤੱਕ ਲੋਕੀ ਕੰਮ ਦੇ ਸਕਦੇ ਹਨ। ਬਾਬਾ ਜੀ ਥੋੜੇ ਦਿਨ ਪਹਿਲਾਂ ਹੀ ਕਰਤਾਰ ਸਿੰਘ ਸਰਾਭਾ ਨੂੰ ਅਮਰੀਕਾ ਛੱਡ ਕੇ ਆਏ ਸਨ। ਆਮ ਹਾਲਤ ਵਿੱਚ ਸਰਾਭਾ ਨੂੰ ਕੋਬੇ ਵਿੱਚ ਦੇਖ ਕੇ ਉਹਨਾਂ ਨੂੰ ਜ਼ਰੂਰ ਹੈਰਾਨੀ ਹੋਣੀ ਚਾਹੀਦੀ ਸੀ, ਪਰ ਬਾਬਾ ਜੀ ਉਪਰੋਕਤ ਗੱਲਬਾਤ ਤੋਂ ਅਜਿਹਾ ਕੋਈ ਪ੍ਰਭਾਵ ਨਹੀਂ ਮਿਲਦਾ, ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ
ਕਿ ਉਹਨਾਂ ਨੂੰ ਕਰਤਾਰ ਸਿੰਘ ਸਰਾਭਾ ਦੇ ਟੀਮ ਸਮੇਤ ਅਮਰੀਕਾ ਤੋਂ ਤੁਰਨ ਦੀ ਵਿਉਂਤ ਤੇ ਇਸ ਦੇ ਮਕਸਦ ਬਾਰੇ ਪਹਿਲਾਂ ਹੀ ਜਾਣਕਾਰੀ ਸੀ। ਦੂਜੀ ਗੱਲ, ਗਦਰ ਪਾਰਟੀ ਦੇ ਆਗੂਆਂ ਅੰਦਰ ਪਹਿਲਾਂ ਹੀ ਇਹ ਆਮ ਸਹਿਮਤੀ ਬਣ ਗਈ ਸੀ ਕਿ ਜੰਗ ਦਾ ਐਲਾਨ ਹੁੰਦੇ ਹੀ ਸਾਰੇ ਦੇਸ਼ ਭਗਤ ਅਮਰੀਕਾ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ ਅਤੇ ਉੱਥੇ ਜਾ ਕੇ ਬਗਾਵਤ ਜਥੇਬੰਦ ਕਰਨ ਦੇ ਯਤਨ ਕੀਤੇ ਜਾਣਗੇ। 26 ਜੁਲਾਈ ਨੂੰ ਆਕਸਨਾਰਡ ਵਿਖੇ ਹੋਏ ਜਲਸੇ ਵਿੱਚ ਪਾਰਟੀ ਦੇ ਆਗੂਆਂ ਨੇ ਅਮਲੀ ਰੂਪ ਵਿੱਚ ਸਾਰੇ ਦੇਸ਼ ਭਗਤਾਂ ਨੂੰ ਫੌਰੀ ਭਾਰਤ ਲਈ ਰਵਾਨਾ ਹੋ ਜਾਣ ਦਾ ਸੱਦਾ ਦੇ ਦਿੱਤਾ ਸੀ। ਇਸ ਕਰਕੇ ਜੋਗਾਂਤਰ ਆਸ਼ਰਮ ਵਿੱਚ ਸੱਦੀ ਗਈ ਮੀਟਿੰਗ ਮਹਿਜ਼ ਇੱਕ ਰਸਮੀ ਕਾਰਵਾਈ ਹੀ ਸੀ। ਅਮਲੀ ਰੂਪ ਵਿੱਚ ਫੈਸਲਾ ਪਹਿਲਾਂ ਹੀ ਹੋ ਚੁੱਕਾ ਸੀ। ਇਸ ਦੀ ਪੁਸ਼ਟੀ ਕਰਤਾਰ ਸਿੰਘ ਸਰਾਭਾ ਵੱਲੋਂ ਕੋਬੇ ਵਿਖੇ ਬਾਬਾ ਸੋਹਣ ਸਿੰਘ ਭਕਨਾ ਨੂੰ ਮਿਲਣ ਉਪਰੰਤ ਕਹੇ ਇਹਨਾਂ ਸ਼ਬਦਾਂ ਤੋਂ ਵੀ ਹੁੰਦੀ ਹੈ ਕਿ ਸਾਰੇ ਦੇਸ਼ ਭਗਤ ਅਮਰੀਕਾ ਤੋਂ ਹਿੰਦੁਸਤਾਨ ਨੂੰ ਟੁਰਨ ਵਾਲੇ ਸਨ। ਆਸ ਹੈ ਸਾਰੇ ਛੇਤੀ ਹੀ ਆ ਜਾਣਗੇ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਰਾਭੇ ਦੇ ਅਮਰੀਕਾ ਤੋਂ ਚੱਲਣ ਤੋਂ ਪਹਿਲਾਂ ਉਸ ਨੇ ਪਾਰਟੀ ਦੇ ਦੂਸਰੇ ਪ੍ਰਮੁੱਖ ਆਗੂਆਂ ਨਾਲ ਇਸ ਮਸਲੇ ਬਾਰੇ ਗੈਰ ਰਸਮੀ ਰੂਪ ਵਿੱਚ ਸਲਾਹ ਮਸ਼ਵਰਾ ਕਰ ਲਿਆ ਸੀ। ਉਪਰੋਕਤ ਤੱਥਾਂ ਤੋਂ ਇਹ ਗੱਲ ਪੂਰਨ ਰੂਪ ਵਿੱਚ ਸਪਸ਼ਟ ਹੋ ਜਾਂਦੀ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਉਤਾਵਲੇਪਣ ਚੋਂ ਪਾਰਟੀ ਦੇ ਫੈਸਲੇ ਦੀ ਉਡੀਕ ਕੀਤੇ ਬਿਨਾਂ ਹੀ ਆਪ ਹੁਦਰੇ ਢੰਗ ਨਾਲ ਨਹੀਂ ਚੱਲਿਆ ਸੀ, ਬਲਕਿ ਪਾਰਟੀ ਅੰਦਰ ਉਚੇਚੇ ਪੱਧਰ ਤੇ ਹੋਏ ਫੈਸਲੇ ਅਨੁਸਾਰ ਸਾਨ ਫਰਾਂਸਿਸਕੋ ਤੋਂ ਅਤ ਖੁਫੀਆ ਤਰੀਕੇ ਨਾਲ ਨਿੱਪਰ ਮਾਰੂ ਜਹਾਜ਼ ਰਾਹੀਂ ਹਾਂਗਕਾਂਗ ਪਹੁੰਚਿਆ ਸੀ। ਉਸ ਦੇ ਤੁਰਨ ਦੀ ਬਰਤਾਨੀਆ ਜਾਂ ਅਮਰੀਕਾ ਦੀਆਂ ਸੂਹੀਆ ਏਜੰਸੀਆਂ ਨੂੰ ਭਿਣਕ ਤੱਕ ਨਹੀਂ ਪਈ ਸੀ। ਕੋਬੇ ਵਿੱਚ ਭਾਈ ਕਰਤਾਰ ਸਿੰਘ ਸਰਾਭਾ ਦਾ ਮੇਲ ਕਾਮਾਗਾਟਾ ਮਾਰੂ ਜਹਾਜ਼ ਦੀ ਮੁਹਿੰਮ ਦੇ ਆਗੂਆਂ ਤੇ ਮੁਸਾਫਰਾਂ ਨਾਲ ਵੀ ਹੋਇਆ ਸੀ। ਦੋ ਮੁਸਾਫਰ ਭਾਈ ਗੁਰਮੁਖ ਸਿੰਘ ਲਲਤੋਂ ਤੇ ਭਾਈ ਹਰਨਾਮ ਸਿੰਘ ਗੁੱਜਰਵਾਲ ਸਰਾਭੇ ਦੇ ਪਹਿਲਾਂ ਤੋਂ ਜਾਣੂ ਸਨ। ਉਹਨਾਂ ਦੇ ਪਿੰਡ ਨੇੜੇ ਹੀ ਸਨ। ਜਦੋਂ ਸਰਾਭਾ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਪੜ੍ਹਦਾ ਸੀ, ਉਸ ਵੇਲੇ ਭਾਈ ਗੁਰਮੁਖ ਸਿੰਘ ਲਲਤੋਂ ਮਿਸ਼ਨ ਸਕੂਲ ਵਿੱਚ ਪੜ੍ਹਦਾ ਸੀ। ਸਰਾਭੇ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਗੁਰਮੁਖ ਸਿੰਘ ਲਲਤੋਂ ਨਾਲ ਆਪਣੀ ਉਸ ਵੇਲੇ ਦੀ ਜਾਣ ਪਛਾਣ ਹੋਣ ਦੀ ਪੁਸ਼ਟੀ ਕੀਤੀ ਸੀ। ਸਰਾਭੇ ਨੇ ਕਸ਼ਟਾਂ ਵਿੱਚੋਂ ਲੰਘ ਰਹੇ ਮੁਸਾਫਰਾਂ ਨੂੰ ਦੇਸ਼ ਜਾ ਕੇ ਗੋਰੇ ਹਾਕਮਾਂ ਦੀ ਗੁਲਾਮੀ ਵਿਰੁੱਧ ਜੰਗ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਸੀ। ਬਾਅਦ ਵਿੱਚ ਜਾ ਕੇ ਭਾਈ ਗੁਰਮੁਖ ਸਿੰਘ ਲਲਤੋਂ ਨੇ ਬਾਬਾ ਭਗਤ ਸਿੰਘ ਬਿਲਗਾ ਨੂੰ ਦੱਸਿਆ ਸੀ ਕਿ ਉਸਨੇ ਸਰਾਭੇ ਨੂੰ ਇੱਕ ਪਾਸੇ ਲਿਜਾ ਕੇ ਕਿਹਾ ਸੀ, ਮੈਂ ਛੇਤੀ ਹੀ ਇੰਡੀਆ ਪੁੱਜ ਰਿਹਾ, ਮੇਰੀ ਉਡੀਕ ਕਰੀ, ਫਿਰ ਆਪਾਂ ਮਿਲ ਕੇ ਆਜ਼ਾਦੀ ਦੀ ਲੜਾਈ ਵਿੱਚ ਜੁਟਾਂਗੇ। ਕੋਬੇ ਵਿੱਚ ਭਾਈ ਕਰਤਾਰ ਸਿੰਘ ਸਰਾਭਾ ਦੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਭਾਈ ਹਰਨਾਮ ਸਿੰਘ ਕਹੂਟਾ, ਜਿਹੜੇ ਹਾਂਗਕਾਂਗ ਦੇ ਗੁਰਦੁਆਰੇ ਦੇ ਗ੍ਰੰਥੀ ਰਹਿ ਚੁੱਕੇ ਸਨ, ਨੇ ਵੀ ਕੀਤਾ ਹੈ। ਉਸ ਨੇ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਸਾਨੂੰ ਕੋਬੇ ਆ ਕੇ ਮਿਲਿਆ, ਤਸੱਲੀ ਹੋਈ। ਪ੍ਰਚਾਰ ਦੀ ਹਨੇਰੀ। ਗਦਰ ਦੇ 5 ਅਗਸਤ ਦੇ ਅੰਕ ਵਿੱਚ ਪਾਰਟੀ ਦਾ ਫੈਸਲਾ ਨਸ਼ਰ ਕਰ ਦਿੱਤਾ ਗਿਆ ਸੀ, ਜਿਸ ਅਨੁਸਾਰ ਅਮਰੀਕਾ, ਕੈਨੇਡਾ ਤੇ ਟਾਪੂਆਂ ਉੱਤੇ ਵਸਦੇ ਭਾਰਤੀਆਂ ਨੂੰ ਸਾਰੇ ਕੰਮਕਾਰ ਛੱਡ ਕੇ ਫੌਰੀ ਦੇਸ਼ ਨੂੰ ਚਾਲੇ ਪਾ ਦੇਣ ਦਾ ਹੋਕਾ ਦਿੱਤਾ ਗਿਆ। ਭਾਈ ਭਗਵਾਨ ਸਿੰਘ ਅਨੁਸਾਰ ਹੁਣ ਅਸੀਂ ਖੁੱਲ੍ਹੇ ਤੌਰ ਤੇ ਆਰਟੀਕਲ ਲਿਖਣੇ ਸ਼ੁਰੂ ਕਰ ਦਿੱਤੇ ਕਿ ਜਿੱਥੇ-ਜਿੱਥੇ ਵੀ ਹਿੰਦੁਸਤਾਨੀ ਨੇ ਆਪਣੇ ਮੁਲਕ ਨੂੰ ਵਹੀਰਾਂ ਪਾ ਦਿਓ। ਜਿਸ ਤਰੀਕੇ ਨਾਲ ਤੁਸੀਂ ਹਿੰਦੁਸਤਾਨ ਪਹੁੰਚ ਸਕਦੇ ਹੋ ਪਹੁੰਚ ਜਾਓ। ਗੋਆ ਵਿੱਚ ਪਹੁੰਚ ਜਾਓ, ਪਾਂਡੇਚੇਰੀ ਵਿੱਚ ਪਹੁੰਚ ਜਾਓ, ਹਿੰਦੁਸਤਾਨ ਸਿੱਧੇ ਚਲੇ ਜਾਓ। ਜਿੰਨੇ ਵੀ ਹਥਿਆਰ ਲੈ ਜਾ ਸਕੋ ਲੈ ਜਾਓ, ਪਿਸਤੌਲ, ਮਸ਼ੀਨ ਗੰਨਾਂ, ਜਿਹੜੀ ਵੀ ਚੀਜ਼ ਲੈ ਜਾ ਸਕੋ ਲੈ ਜਾਓ। ਜੇ ਹੋਰ ਕੁਝ ਨਹੀਂ ਤਾਂ ਗਦਰ ਦੀਆਂ ਗੂੰਜਾਂ ਹੀ ਜਾਂ ਗਦਰ ਦੇ ਪਰਚੇ ਹੀ ਲੈ ਜਾਓ ਤੇ ਜਾ ਕੇ ਪਿੰਡਾਂ ਵਿੱਚ ਵੰਡ ਦਿਓ। ਸਿੱਖਿਆ ਦਿੱਤੀ ਕਿ ਕਿਸ ਤਰ੍ਹਾਂ ਜਾ ਕੇ ਨੰਬਰਦਾਰਾਂ ਨੂੰ ਸਮਝਾਉਣਾ ਹੈ। ਜੇ ਉਹ ਨਹੀਂ ਸਮਝਦੇ ਤਾਂ ਦੂਸਰੇ ਤਰੀਕੇ ਨਾਲ ਸਮਝਾਉਣਾ ਹੈ। ਜ਼ੈਲਦਾਰਾਂ ਨੂੰ ਕਿਵੇਂ ਸਮਝਾਉਣਾ ਹੈ। ਜਿਹੜੇ ਮੁਲਕ ਦੇ ਗਦਾਰ ਹਨ ਉਹਨਾਂ ਨਾਲ ਕੀ ਵਰਤਾਓ ਕਰਨਾ ਹੈ। ਸਾਡੀ ਅਪੀਲ ਉੱਤੇ ਸਾਰੇ ਅਮਰੀਕਾ ਵਿੱਚੋਂ, ਕੈਨੇਡਾ ਵਿੱਚੋਂ, ਬ੍ਰਾਜ਼ੀਲ, ਪਨਾਮਾ, ਮੈਕਸੀਕੋ, ਫਿਲੀਪੀਨ, ਚੀਨ, ਜਾਪਾਨ, ਜਿੱਥੇ ਵੀ ਆਪਣੇ ਹਿੰਦੁਸਤਾਨੀ ਸਨ, ਉਹਨਾਂ ਵਿੱਚੋਂ ਕੋਈ 10,000 ਤੋਂ ਉੱਪਰ ਆਦਮੀ ਹਿੰਦੁਸਤਾਨ ਪਰਤੇ। ਭਾਈ ਭਗਵਾਨ ਸਿੰਘ ਦੇ ਹੇਠ ਲਿਖੇ ਕਥਨਾਂ ਤੋਂ ਪਤਾ ਚੱਲਦਾ ਹੈ ਕਿ ਗਦਰੀ ਆਗੂਆਂ ਨੇ ਜੰਗ ਛਿੜਨ ਨਾਲ ਪੈਦਾ ਹੋਏ
ਇਤਿਹਾਸਕ ਮੌਕਾ ਮੇਲ ਦੀ ਸਪਿਰਟ ਨੂੰ ਕਿੰਨੀ ਸ਼ਿੱਦਤ ਤੇ ਸੰਪੂਰਨਤਾ ਨਾਲ ਗ੍ਰਹਿਣ ਕਰ ਲਿਆ ਸੀ ਅਤੇ ਉਹਨਾਂ ਅੰਦਰ ਕਿੰਨੀ ਇਨਕਲਾਬੀ ਊਰਜਾ, ਕਿਰਿਆਸ਼ੀਲਤਾ ਤੇ ਜੋਸ਼ ਤੀਬਰਤਾ ਪੈਦਾ ਹੋ ਗਈ ਸੀ। 3-4 ਹਫ਼ਤਿਆਂ ਵਿੱਚ ਹੀ ਤਰਥੱਲੀ ਮਚ ਗਈ। ਸਾਲਾਂ ਦਾ ਕੰਮ ਹਫ਼ਤਿਆਂ ਵਿੱਚ ਹੋ ਗਿਆ। ਇਤਨੀ ਅੱਗ ਲੋਕਾਂ ਦੇ ਦਿਲਾਂ ਵਿੱਚ ਲੱਗੀ, ਇਤਨੀ ਜਾਗਰਤੀ ਆਈ, ਇਤਨਾ ਮੁਲਕ ਦੀ ਆਜ਼ਾਦੀ ਨਾਲ ਇਸ਼ਕ ਲੱਗਾ ਕਿ ਕੈਨੇਡਾ ਵਿੱਚ, ਫਿਲੀਪੀਨ ਵਿੱਚ, ਚੀਨ ਵਿੱਚ, ਸੈਂਟਰਲ, ਸਾਊਥ ਤੇ ਨਾਰਥ ਅਮਰੀਕਾ ਵਿੱਚ ਜਿੰਨੇ ਆਦਮੀ ਸਨ, ਮੁਲਕ ਨੂੰ ਜਾਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਲੰਡਨ ਵਿੱਚ ਵੀ ਆਪਣੇ ਆਦਮੀ ਸਨ। ਆਇਰਿਸ਼ ਪਾਰਟੀ ਦੇ ਨਾਲ ਹੋ ਕੇ ਅਸੀਂ ਆਪਣੇ ਗਦਰ ਪਾਰਟੀ ਦੇ ਪੇਪਰ ਇੰਗਲੈਂਡ ਵੀ ਭੇਜਦੇ ਰਹੇ। ਜਹਾਜ਼ਾਂ ਦੇ ਖਲਾਸੀ ਵਾਕਬ ਹੋ ਗਏ। ਚੀਨੀ ਦੇਸ਼ ਭਗਤ ਬਾਗੀਆਂ ਨਾਲ, ਤੁਰਕੀ ਦੇ ਬਾਗੀਆਂ ਨਾਲ ਤੇ ਹੋਰ ਦੁਨੀਆ ਵਿੱਚ ਜਿੱਥੇ ਜਿੱਥੇ ਵੀ ਗਦਰ ਪਾਰਟੀਆਂ ਸਨ, ਉਹਨਾਂ ਸਾਰਿਆਂ ਨਾਲ ਸਾਡੇ ਸਬੰਧ ਹੋ ਗਏ। ਤੁਰਕੀ ਅੰਬੈਸੀ ਨਾਲ ਵੀ ਸਾਡੀ ਗੱਲਬਾਤ ਹੋ ਚੁੱਕੀ ਸੀ। ਇਸ ਦਾ ਮਤਲਬ ਇਹ ਸੀ ਕਿ ਹੁਣ ਗਦਰ ਪਾਰਟੀ ਇੱਕ ਮਾਮੂਲੀ ਪਾਰਟੀ ਨਹੀਂ ਸੀ, ਇਹ ਇੱਕ ਇੰਟਰਨੈਸ਼ਨਲ ਮੂਵਮੈਂਟ ਦੀ ਸ਼ਕਲ ਅਖਤਿਆਰ ਕਰ ਚੁੱਕੀ ਸੀ। ਪਾਰਟੀ ਦੇ ਆਗੂਆਂ ਤੇ ਵਰਕਰਾਂ ਅੰਦਰ ਲੋੜੇ ਦਾ ਬਲ ਪੈਦਾ ਹੋ ਗਿਆ ਸੀ। 14-14 ਜਾਂ 16-16 ਘੰਟੇ ਖੇਤਾਂ ਮਿੱਲਾਂ ਵਿੱਚ ਕੰਮ ਕਰਕੇ ਜਦ ਸਾਡੇ ਭਾਈ ਆਪਣੇ ਟਿਕਾਣੇ ਵਾਪਸ ਆਉਂਦੇ ਤਾਂ 7 ਤੋਂ 8 ਵਜੇ ਤੱਕ ਅਸੀਂ ਇੱਕ ਕੈਂਪ ਜਾਣਾ, 9 ਤੋਂ 10 ਤੇ 10 ਤੋਂ 11 ਹੋਰ ਕੈਂਪਾਂ ਵਿੱਚ ਜਾਣਾ। 3-3, 4-4 ਤੇ ਕਈ ਵਾਰੀ 5-5 ਲੈਕਚਰ ਅਸਾਂ ਸ਼ਾਮ 7 ਤੋਂ 11 ਵਜੇ ਦੇ ਦਰਮਿਆਨ ਕਰਨੇ। ਕਾਫਲੇ ਤੁਰ ਪਏ। ਪਾਰਟੀ ਦੇ ਆਗੂਆਂ ਨੇ ਦਿਨਾਂ ਅੰਦਰ ਹੀ ਲੇਖਾਂ, ਕਵਿਤਾਵਾਂ ਤੇ ਭਾਸ਼ਣਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਅੰਦਰ ਅਜਿਹੀ ਇਨਕਲਾਬੀ ਰੂਹ ਫੂਕ ਦਿੱਤੀ ਸੀ ਕਿ ਮਿੱਲਾਂ, ਖੇਤਾਂ ਤੇ ਹੋਰਨਾਂ ਥਾਵਾਂ ਤੇ ਕੰਮ ਕਰਦੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੇ ਇੱਕਦਮ ਦੇਸ਼ ਨੂੰ ਵਹੀਰਾਂ ਘੱਤ ਦਿੱਤੀਆਂ। ਪੋਰਟਲੈਂਡ, ਓਰੇਗਨ ਦੇ ਇੱਕ ਅਖਬਾਰ ਦੀ ਪੋਰਟਲੈਂਡ ਟੈਲੀਗ੍ਰਾਮ ਨੇ 7 ਅਗਸਤ 1914 ਨੂੰ ਭਾਰਤੀਆਂ ਦੇ ਪੋਰਟਲੈਂਡ ਤੋਂ ਨਿਕਾਸ ਬਾਰੇ ਇੱਕ ਰਿਪੋਰਟ ਛਾਪੀ, ਜਿਸ ਦਾ ਸਿਰਲੇਖ ਸੀ, ਹਿੰਦੁਸਤਾਨੀਆਂ ਨੇ ਇਨਕਲਾਬ ਵਿੱਚ ਲੜਨ ਲਈ ਦੇਸ਼ ਨੂੰ ਵਹੀਰਾਂ ਘੱਤੀਆਂ। ਅਖਬਾਰ ਨੇ ਲਿਖਿਆ ਕਿ ਦੱਖਣ ਨੂੰ ਜਾਂਦੀ ਹਰ ਰੇਲ ਗੱਡੀ ਤੇ ਕਿਸ਼ਤੀ ਵਿੱਚ ਇਸ ਸ਼ਹਿਰ ਦੇ ਹਿੰਦੂ ਵੱਡੀ ਗਿਣਤੀ ਵਿੱਚ ਸਵਾਰ ਹੁੰਦੇ ਹਨ। ਉਸ ਵੇਲੇ ਅਮਰੀਕਾ ਵਿੱਚ ਭਾਰਤੀਆਂ ਲਈ ਹਿੰਦੂ ਪਦ ਵਰਤਿਆ ਜਾਂਦਾ ਸੀ ਅਤੇ ਜੇਕਰ ਇਹ ਨਿਕਾਸੀ ਹੋਰ ਲੰਮਾ ਚਿਰ ਚੱਲਦੀ ਰਹੀ ਤਾਂ ਪੂਰਬੀ ਹਿੰਦੀ ਆਸਟੋਰੀਆ ਨੂੰ ਬਿਲਕੁਲ ਸੁੰਨਾ ਕਰ ਦੇਣਗੇ। ਹੈਮੰਡ ਮਿਲ ਵਿੱਚ ਕੰਮ ਕਰਦੇ ਹਿੰਦੀਆਂ ਦੀ ਬਹੁ ਗਿਣਤੀ ਜਾ ਚੁੱਕੀ ਹੈ ਅਤੇ ਬਾਕੀ ਬਚਦੇ ਨੇੜ ਭਵਿੱਖ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਸੁਣਨ ਵਿੱਚ ਆਇਆ ਹੈ ਕਿ ਇਹ ਬੰਦੇ ਸਾਨ ਫਰਾਂਸਿਸਕੋ ਦੇ ਰਸਤੇ ਭਾਰਤ ਨੂੰ ਜਾ ਰਹੇ ਹਨ, ਜਿੱਥੇ ਵਿਸ਼ੇਸ਼ ਜਹਾਜ਼ ਬੁੱਕ ਕੀਤੇ ਗਏ ਹਨ। ਬਰਤਾਨੀਆ ਸਰਕਾਰ ਨੇ ਜੰਗ ਵਿੱਚ ਸ਼ਾਮਲ ਹੋਣ ਦਾ ਐਲਾਨ 4 ਅਗਸਤ ਨੂੰ ਕੀਤਾ ਸੀ। ਗਦਰ ਪਾਰਟੀ ਵੱਲੋਂ ਐਲਾਨੇ ਜੰਗ 5 ਅਗਸਤ ਦੇ ਪਰਚੇ ਵਿੱਚ ਛਾਪਿਆ ਗਿਆ ਸੀ। 7 ਅਗਸਤ ਦੀ ਉਪਰੋਕਤ ਰਿਪੋਰਟ ਗਦਰੀ ਆਗੂਆਂ ਤੇ ਵਰਕਰਾਂ ਦੀ ਕਿਰਿਆਸ਼ੀਲਤਾ ਤੇ ਜੋਸ਼ ਤੀਬਰਤਾ ਦੀ ਮੂੰਹੋਂ ਬੋਲਦੀ ਝਾਕੀ ਪੇਸ਼ ਕਰਦੀ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਸਾਲਾਂ ਦੇ ਕੰਮ ਹਫ਼ਤਿਆਂ ਤੇ ਹਫ਼ਤਿਆਂ ਦੇ ਕੰਮ ਘੜੀਆਂ ਵਿੱਚ ਨਿਪਟਾ ਲਏ ਸਨ। ਜੋਗਾਂਤਰ ਆਸ਼ਰਮ ਵਿੱਚ ਹੋਈ ਮੀਟਿੰਗ ਦੌਰਾਨ ਲਏ ਗਏ ਇਤਿਹਾਸਕ ਫੈਸਲੇ ਨੂੰ ਜਨਤਕ ਜਾਮਾ ਪਹਿਨਾਉਣ ਲਈ ਪਾਰਟੀ ਨੇ 9 ਅਗਸਤ ਨੂੰ ਫ੍ਰਿਜ਼ਨੋ ਅਤੇ 11 ਅਗਸਤ ਨੂੰ ਸੈਕਰਾਮੈਂਟੋ ਵਿੱਚ ਹਿੰਦੀਆਂ ਦੀਆਂ ਜਨਤਕ ਕਾਨਫਰੰਸਾਂ ਸੱਦੀਆਂ, ਜਿਨ੍ਹਾਂ ਦਾ ਐਲਾਨ 5 ਅਗਸਤ ਦੇ ਅੰਕ ਵਿੱਚ ਹੀ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਨਾਂ ਕਾਨਫਰੰਸਾਂ ਵਿੱਚ ਲੋਕ ਅਣਮਿਆਉਂਦੇ ਜੋਸ਼ ਤੇ ਉਤਸ਼ਾਹ ਨਾਲ ਸ਼ਾਮਲ ਹੋਏ। ਸੈਕਰਾਮੈਂਟੋ ਦੀ ਕਾਨਫਰੰਸ ਵਿੱਚ ਹਾਜ਼ਰੀ 5000 ਤੋਂ ਵੀ ਉੱਪਰ ਸੀ, ਜਦਕਿ ਉਸ ਵੇਲੇ ਅਮਰੀਕਾ ਵਿੱਚ ਕੁੱਲ ਮਿਲਾ ਕੇ 6000 ਭਾਰਤੀ ਸਨ। ਹੋਇਆ ਇਹ ਕਿ ਓਰੇਗਨ ਤੇ ਕੈਲੀਫੋਰਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰਤ ਜਾਣ ਲਈ ਜਿਹੜੇ ਜਥੇ ਸਾਨ ਫਰਾਂਸਿਸਕੋ ਲਈ ਚੱਲੇ ਸਨ, ਉਹ ਸਾਰੇ ਸੈਕਰਾਮੈਂਟੋ ਇਕੱਠੇ ਹੋ ਗਏ ਸਨ। ਦੇਸ਼ ਜਾ ਕੇ ਗਦਰ ਮਚਾਉਣ ਲਈ ਹਿੰਦੀਆਂ ਅੰਦਰ ਇੰਨਾ ਜੋਸ਼ ਸੀ ਕਿ ਉਹ ਇਹਨਾਂ ਮੀਟਿੰਗਾਂ ਉੱਤੇ ਇਉਂ ਹੁਮ-ਹੁਮਾ ਕੇ ਇਕੱਠੇ ਹੋਏ, ਜਿਸ ਤਰ੍ਹਾਂ ਦੀਵੇ ਉੱਤੇ ਭਮੱਕੜ ਇਕੱਠੇ ਹੁੰਦੇ ਹਨ। ਸਾਰੇ ਸੰਗਰਾਮੀਆਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਨਵੰਬਰ ਤੱਕ ਪੰਜਾਬ ਅੱਪੜ ਜਾਣ ਦੇ ਆਦੇਸ਼ ਦਿੱਤੇ ਗਏ ਸਨ ਅਤੇ ਉੱਥੇ ਜਾ ਕੇ ਆਪਸ ਵਿੱਚ ਸੰਪਰਕ ਕਾਇਮ ਕਰਨ ਲਈ ਆਰਜੀ ਥਾਵਾਂ ਤੇ ਤਰੀਕਾਂ ਮੁਕਰਰ ਕਰ ਲਈਆਂ ਗਈਆਂ ਸਨ।
ਅਗਸਤ ਤੋਂ ਸ਼ੁਰੂ ਹੋ ਕੇ ਦਸੰਬਰ ਤੱਕ ਵੈਨਕੂਵਰ, ਵਿਕਟੋਰੀਆ, ਸਾਨ ਫਰਾਂਸਿਸਕੋ, ਸ਼ੰਘਾਈ, ਹਾਂਗਕਾਂਗ ਤੇ ਮਨੀਲਾ ਦੇ ਘਾਟਾਂ ਤੋਂ ਭਾਰਤ ਨੂੰ ਜਾਣ ਵਾਲੇ ਜਹਾਜ਼ਾਂ ਦਾ ਤਾਂਤਾ ਲੱਗਾ ਰਿਹਾ। ਸਾਰਿਆਂ ਤੋਂ ਪਹਿਲਾਂ 22 ਅਗਸਤ ਨੂੰ ਵੈਨਕੂਵਰ ਤੋਂ ਕੈਨੇਡਾ ਮਾਰੂ ਜਹਾਜ਼ 26 ਮੁਸਾਫਰ ਲੈ ਕੇ ਤੁਰਿਆ, ਜਿਨ੍ਹਾਂ ਵਿੱਚੋਂ ਭਾਈ ਸ਼ੇਰ ਸਿੰਘ ਵੇਈਂਪੂਈ, ਭਾਈ ਜਵੰਦ ਸਿੰਘ ਨੰਗਲ, ਭਾਈ ਵੀਰ ਸਿੰਘ ਬਾਹੋਵਾਲ ਤੇ ਭਾਈ ਹਰੀ ਸਿੰਘ ਸੂੰਢ ਖਾਸ ਤੌਰ ਤੇ ਵਰਣਨਯੋਗ ਹਨ। ਅਮਰੀਕਾ ਤੋਂ ਸਭ ਤੋਂ ਪਹਿਲਾ ਜਹਾਜ਼ ਕੋਰੀਆ ਸਾਨ ਫਰਾਂਸਿਸਕੋ ਤੋਂ 19 ਅਗਸਤ ਨੂੰ ਤੁਰਿਆ ਅਤੇ ਯੋਕੋਹਾਮਾ, ਕੋਬੇ, ਨਾਗਾਸਾਕੀ ਤੇ ਮਨੀਲਾ ਹੁੰਦਾ ਹੋਇਆ ਹਾਂਗਕਾਂਗ ਪਹੁੰਚਿਆ। ਇਸ ਵਿੱਚ ਸਾਨ ਫਰਾਂਸਿਸਕੋ ਤੋਂ 60 ਦੇ ਕਰੀਬ ਜੁਝਾਰੂਆਂ ਦਾ ਜਥਾ ਸਵਾਰ ਹੋਇਆ ਸੀ। ਇਸ ਜਥੇ ਵਿੱਚ ਅਮਰੀਕਾ ਤੋਂ ਪਾਰਟੀ ਦੇ ਬਹੁਤ ਸਾਰੇ ਅਹਿਮ ਆਗੂ ਤੇ ਵਰਕਰ ਜਿਵੇਂ ਭਾਈ ਕੇਸਰ ਸਿੰਘ ਠੱਠਗੜ੍ਹ, ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਨਿਧਾਨ ਸਿੰਘ ਚੁੱਗਾ, ਮਾਸਟਰ ਊਧਮ ਸਿੰਘ ਕਸੇਲ, ਭਾਈ ਰੂੜ ਸਿੰਘ ਚੂੜਚੱਕ, ਭਾਈ ਈਸ਼ਰ ਸਿੰਘ ਮਰਹਾਣਾ, ਪੰਡਤ ਜਗਤ ਰਾਮ ਹਰਿਆਣਾ ਜੱਟਾਂ ਹੁਸ਼ਿਆਰਪੁਰ, ਭਾਈ ਪਿਰਥੀ ਸਿੰਘ ਲਾਲੜੂ, ਭਾਈ ਪਿਆਰਾ ਸਿੰਘ ਲੰਗੇਰੀ ਆਦਿ ਸ਼ਾਮਲ ਸਨ। ਮਨੀਲਾ ਤੋਂ ਭਾਈ ਹਾਫਜ਼ ਅਬਦੁੱਲਾ ਜਗਰਾਓਂ, ਭਾਈ ਰਹਿਮਤ ਅਲੀ ਵਜੀਦਕੇ, ਬੀਬੀ ਗੁਲਾਬ ਕੌਰ ਬਖਸ਼ੀਵਾਲਾ, ਭਾਈ ਜਗਤ ਸਿੰਘ ਬਿੰਜਲ ਆਦਿ ਇਨਕਲਾਬੀ ਵੀ ਇਸ ਵਿੱਚ ਸਵਾਰ ਹੋ ਗਏ ਸਨ। ਨਿਧਾਨ ਸਿੰਘ ਚੁੱਗਾ ਅਤੇ ਪਿਆਰਾ ਸਿੰਘ ਲੰਗੇਰੀ ਨਾਗਾਸਾਕੀ ਉਤਰ ਗਏ ਸਨ ਅਤੇ ਉੱਥੋਂ ਇੱਕ ਹੋਰ ਜਹਾਜ਼ ਲੈ ਕੇ ਸ਼ੰਘਾਈ ਚਲੇ ਗਏ ਸਨ। ਉਧਰ ਬਾਬਾ ਸੋਹਣ ਸਿੰਘ ਭਕਨਾ ਵੀ ਯੋਕੋਹਾਮਾ, ਕੋਬੇ ਤੇ ਟੋਕੀਓ ਹੁੰਦੇ ਹੋਏ ਸ਼ੰਘਾਈ ਪੁੱਜ ਗਏ ਸਨ। ਸ਼ੰਘਾਈ ਉਹਨਾਂ ਨੇ ਡਾਕਟਰ ਮਥਰਾ ਸਿੰਘ ਤੇ ਬਾਕੀ ਆਗੂਆਂ ਨਾਲ ਰਾਏ ਮਸ਼ਵਰੇ ਕੀਤੇ। ਉਸ ਵੇਲੇ ਸ਼ੰਘਾਈ ਵਿੱਚ ਕੁੱਲ 1100 ਦੇ ਲਗਭਗ ਭਾਰਤੀ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ 80% ਤੋਂ ਵਧੇਰੇ 900 ਦੇ ਕਰੀਬ ਸਿੱਖ ਸਨ। 500 ਸਿੱਖ ਸ਼ੰਘਾਈ ਮਿਊਨਿਸਪੈਲਿਟੀ ਦੀ ਪੁਲਿਸ ਦੀ ਨੌਕਰੀ ਕਰਦੇ ਸਨ। ਇਹਨਾਂ ਉੱਤੇ ਗਦਰ ਪਾਰਟੀ ਦੇ ਪ੍ਰਚਾਰ ਦਾ ਇਤਨਾ ਅਸਰ ਹੋਇਆ ਸੀ ਕਿ ਇਹਨਾਂ ਵਿੱਚੋਂ 50 ਜਣੇ ਆਪਣੀਆਂ ਨੌਕਰੀਆਂ ਨੂੰ ਲੱਤ ਮਾਰ ਕੇ ਝਟਪਟ ਦੇਸ਼ ਨੂੰ ਜਾਣ ਲਈ ਤਿਆਰ ਹੋ ਗਏ ਸਨ। ਵਾਧੂ ਗੱਲ ਇਹ ਸੀ ਕਿ ਇਹਨਾਂ ਸਾਰਿਆਂ ਨੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ ਹੋਈ ਸੀ, ਜਿਸ ਕਰਕੇ ਇਸ ਜਥੇ ਦੇ ਗਦਰ ਦੀ ਮੁਹਿੰਮ ਵਿੱਚ ਸ਼ਾਮਲ ਹੋ ਜਾਣ ਨਾਲ ਪਾਰਟੀ ਦੇ ਆਗੂਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਸਨ। 5 ਸਤੰਬਰ ਨੂੰ ਸਾਨ ਫਰਾਂਸਿਸਕੋ ਤੋਂ ਦੂਸਰਾ ਜਹਾਜ਼, ਜਿਸ ਦਾ ਨਾਂ ਸਾਇਬੇਰੀਆ ਸੀ, ਚੱਲਿਆ ਅਤੇ ਹੋਨੋਲੁਲੂ, ਯੋਕੋਹਾਮਾ ਤੇ ਨਾਗਾਸਾਕੀ ਹੁੰਦਾ ਹੋਇਆ ਸ਼ੰਘਾਈ ਪਹੁੰਚਿਆ। ਇਹ ਜਹਾਜ਼ ਸ਼ੰਘਾਈ ਤੱਕ ਹੀ ਸੀ। ਸ਼ੰਘਾਈ ਤੋਂ 15 ਅਕਤੂਬਰ ਨੂੰ ਮਸ਼ੀਮਾ ਮਾਰੂ ਜਹਾਜ਼ ਗਦਰੀਆਂ ਦਾ ਵੱਡਾ ਦਲ ਲੈ ਕੇ ਹਾਂਗਕਾਂਗ ਲਈ ਤੁਰਿਆ। ਇਹ ਜਹਾਜ਼ ਦਾ ਇੰਤਜ਼ਾਮ ਭਾਈ ਨਿਧਾਨ ਸਿੰਘ ਚੁੱਗਾ ਨੇ ਕੀਤਾ ਸੀ ਅਤੇ ਉਸਨੇ ਬਹੁਤ ਸਾਰੇ ਮੁਸਾਫਰਾਂ ਦਾ ਕਿਰਾਇਆ ਵੀ ਪੱਲਿਓਂ ਦਿੱਤਾ ਸੀ। ਇਸ ਜਹਾਜ਼ ਵਿੱਚ ਬਾਬਾ ਸੋਹਣ ਸਿੰਘ ਭਕਨਾ, ਭਾਈ ਨਿਧਾਨ ਸਿੰਘ ਚੁੱਗਾ, ਭਾਈ ਗੁੱਜਰ ਸਿੰਘ ਭਕਨਾ, ਵਰਿਆਮ ਸਿੰਘ ਅਮਲੀ ਆਦਿ ਸਵਾਰ ਸਨ। ਇਸੇ ਦੌਰਾਨ ਕੈਨੇਡਾ ਦੇ ਵਿਕਟੋਰੀਆ ਘਾਟ ਤੋਂ ਇੱਕ ਜਹਾਜ਼ ਮੈਕਸੀਕੋ ਮਾਰੂ ਹਾਂਗਕਾਂਗ ਲਈ ਰਵਾਨਾ ਹੋਇਆ, ਜਿਸ ਵਿੱਚ 2 ਦਰਜਨ ਦੇ ਲਗਭਗ ਗਦਰੀ ਸਵਾਰ ਹੋਏ। ਕੋਰੀਆ, ਸਾਇਬੇਰੀਆ, ਮਸ਼ੀਮਾ ਮਾਰੂ ਤੇ ਮੈਕਸੀਕੋ ਮਾਰੂ, ਇਹ ਸਾਰੇ ਜਹਾਜ਼ ਹਾਂਗਕਾਂਗ ਇਕੱਠੇ ਹੋ ਗਏ ਸਨ। ਉਧਰ ਵੈਨਕੂਵਰ ਤੋਂ ਕੈਨੇਡਾ ਮਾਰੂ ਜਹਾਜ਼ ਵੀ ਹਾਂਗਕਾਂਗ ਪਹੁੰਚ ਗਿਆ ਸੀ। ਇਹ ਜਹਾਜ਼ ਮਨੀਲਾ ਤੋਂ ਹਾਂਗਕਾਂਗ ਆਇਆ। ਇਸ ਤਰ੍ਹਾਂ 6 ਜਹਾਜ਼ਾਂ ਦੇ ਮੁਸਾਫਰ ਹਾਂਗਕਾਂਗ ਇਕੱਠੇ ਹੋ ਗਏ ਸਨ। ਹਾਂਗਕਾਂਗ ਆ ਕੇ ਪਿਛਲੇ ਜਹਾਜ਼ ਛੱਡਣੇ ਤੇ ਹੋਰ ਲੈਣੇ ਪੈਂਦੇ ਸਨ, ਪਰ ਇੱਥੋਂ ਭਾਰਤ ਦੇ ਘਾਟਾਂ ਨੂੰ ਜਾਣ ਵਾਲੇ ਜਹਾਜ਼ਾਂ ਨੂੰ ਤੋਰਨ ਵਿੱਚ ਬਹੁਤ ਜ਼ਿਆਦਾ ਦੇਰੀਆਂ ਕੀਤੀਆਂ ਗਈਆਂ। ਇਸ ਦਾ ਕਾਰਨ ਤਾਂ ਇਹ ਦੱਸਿਆ ਗਿਆ ਸੀ ਕਿ ਉਸ ਵੇਲੇ ਬਰਤਾਨਵੀ ਜਹਾਜ਼ਾਂ ਨੂੰ ਮਾਰ ਡਬਾਉਣ ਲਈ ਹਿੰਦ ਸਾਗਰ ਵਿੱਚ ਜਰਮਨੀ ਦਾ ਐਮਡਨ ਨਾਂ ਦਾ ਗਸ਼ਤੀ ਜਹਾਜ਼ ਗੇੜੇ ਕੱਢ ਰਿਹਾ ਸੀ, ਜਿਸ ਕਰਕੇ ਜਹਾਜ਼ਾਂ ਨੂੰ ਬਹੁਤ ਸਾਵਧਾਨੀ ਵਰਤਣੀ ਪੈਂਦੀ ਸੀ। ਪਰ ਅਸਲੀ ਕਾਰਨ ਇਹ ਸੀ ਕਿ ਅੰਗਰੇਜ਼ ਸਰਕਾਰ ਨੂੰ ਆਪਣੀਆਂ ਖੁਫੀਆ ਏਜੰਸੀਆਂ ਰਾਹੀਂ ਗਦਰੀ ਇਨਕਲਾਬੀਆਂ ਦੇ ਕਾਫਲਿਆਂ ਬਾਰੇ ਸੂਹ ਮਿਲ ਗਈ ਸੀ, ਜਿਸ ਕਰਕੇ ਸਰਕਾਰ ਨੇ ਇਨ੍ਹਾਂ ਗਦਰੀਆਂ ਨੂੰ ਜਿੰਨਾ ਚਿਰ ਹੋ ਸਕੇ ਰਾਹਾਂ ਵਿੱਚ ਡੱਕੀ ਰੱਖਣ ਦੀ ਰਣਨੀਤੀ ਅਪਣਾ ਲਈ ਸੀ, ਤਾਂ ਜੋ ਉਹਨਾਂ ਦੇ ਭਾਰਤ ਪਹੁੰਚਣ ਤੱਕ ਉਹਨਾਂ ਨੂੰ ਘਾਟਾਂ ਉੱਤੇ ਹੀ ਦਬੋਚ ਲੈਣ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਸਕਣ। ਇਸ ਵਜ੍ਹਾ ਕਰਕੇ ਗਦਰੀ ਸੰਗਰਾਮੀਆਂ ਨੂੰ ਹਾਂਗਕਾਂਗ ਕਈ ਹਫ਼ਤਿਆਂ ਤੱਕ ਰੁਕਣਾ ਪਿਆ। ਹਾਂਗਕਾਂਗ ਦਾ ਗੁਰਦੁਆਰਾ 2-3 ਸਾਲਾਂ ਤੋਂ ਇਨਕਲਾਬੀ ਸਰਗਰਮੀਆਂ ਦਾ ਅਹਿਮ ਕੇਂਦਰ ਬਣਿਆ ਹੋਇਆ ਸੀ। ਹੁਣ ਜਦ ਅਮਰੀਕਾ, ਕੈਨੇਡਾ, ਚੀਨ, ਜਾਪਾਨ
ਤੇ ਫਿਲੀਪੀਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਮਰਜੀਵੜੇ ਹਾਂਗਕਾਂਗ ਇਕੱਠੇ ਹੋ ਗਏ ਸਨ, ਤਾਂ ਹਾਂਗਕਾਂਗ ਇੱਕ ਤਰ੍ਹਾਂ ਨਾਲ ਜੰਗ ਲਈ ਕੂਚ ਕਰ ਰਹੀਆਂ ਜੋਸ਼ੀਲੀ ਫੌਜਾਂ ਦੇ ਗੜ੍ਹ ਦਾ ਨਜ਼ਾਰਾ ਪੇਸ਼ ਕਰਨ ਲੱਗਾ ਸੀ। ਹਰ ਰੋਜ਼ ਗੁਰਦੁਆਰੇ ਅੰਦਰ ਦੀਵਾਨ ਸਜਦੇ ਅਤੇ ਇੱਕ ਤੋਂ ਵੱਧ ਕੇ ਪ੍ਰਵੀਨ ਬੁਲਾਰੇ ਹਾਜ਼ਰ ਸਰੋਤਿਆਂ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਜਾਨਾਂ ਕੁਰਬਾਨ ਕਰਨ ਲਈ ਪ੍ਰੇਰਿਤ ਤੇ ਉਤੇਜਿਤ ਕਰਦੇ। ਹਰ ਕੋਈ ਦੇਸ਼ ਪਹੁੰਚਣ ਲਈ ਇੱਕ ਦੂਜੇ ਨਾਲੋਂ ਕਾਹਲਾ ਪਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭਾ ਨੇ ਭਾਰਤ ਸਰਕਾਰ ਦੀਆਂ ਖੂਫੀਆ ਏਜੰਸੀਆਂ ਨੂੰ ਝਕਾਨੀ ਦੇਣ ਲਈ ਹਾਂਗਕਾਂਗ ਤੋਂ ਸਿੱਧਾ ਹਿੰਦੁਸਤਾਨ ਜਾਣ ਦੀ ਬਜਾਏ ਕੋਲੰਬੋ ਦੇ ਰਸਤੇ ਭਾਰਤ ਪਹੁੰਚਣ ਵਾਲਾ ਅਸਿੱਧਾ ਰਾਹ ਚੁਣਿਆ ਸੀ। ਇਹ ਰਾਹ ਉਸ ਵੇਲੇ ਤੱਕ ਪੂਰਾ ਸੁਰੱਖਿਅਤ ਸੀ। ਉਹ ਹਾਂਗਕਾਂਗ ਤੋਂ ਇੰਨੇ ਗੁਪਤ ਢੰਗ ਨਾਲ ਚੱਲਿਆ ਸੀ ਕਿ ਅੰਗਰੇਜ਼ ਸਰਕਾਰ ਦੀਆਂ ਸੂਹੀਆਂ ਏਜੰਸੀਆਂ ਨੂੰ ਇਸ ਦੀ ਰਤੀ ਭਿਣਕ ਨਹੀਂ ਪਈ ਸੀ। ਬਾਅਦ ਵਿੱਚ ਜਾ ਕੇ ਜਦੋਂ ਗਦਰ ਦਾ ਯਤਨ ਅਸਫਲ ਹੋ ਗਿਆ ਸੀ ਅਤੇ ਸਾਰੇ ਪ੍ਰਮੁੱਖ ਆਗੂ ਗ੍ਰਿਫਤਾਰ ਕਰ ਲਏ ਗਏ ਸਨ, ਤਾਂ ਉਦੋਂ ਵੀ ਸਰਕਾਰ ਦੀਆਂ ਪੜਤਾਲੀਆ ਏਜੰਸੀਆਂ ਪੂਰੀ ਵਾਹ ਲਾਉਣ ਦੇ ਬਾਵਜੂਦ ਉਸ ਜਹਾਜ਼ ਦਾ ਨਾਂ ਪਤਾ ਨਹੀਂ ਜਾਣ ਸਕੀਆਂ ਜਿਸ ਰਾਹੀਂ ਉਹ ਹਾਂਗਕਾਂਗ ਤੋਂ ਕੋਲੰਬੋ ਪਹੁੰਚਿਆ ਸੀ। ਗਦਰ ਪਾਰਟੀ ਦੇ ਆਗੂਆਂ ਨੇ ਜਿੰਨੀ ਕਾਹਲੀ ਹੋ ਸਕੀ ਹਾਂਗਕਾਂਗ ਤੋਂ ਦੇਸ਼ ਭਗਤਾਂ ਨੂੰ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਨੂੰ ਤੋਰਨ ਦੇ ਇੰਤਜ਼ਾਮ ਕੀਤੇ। ਤੋਸ਼ਾ ਮਾਰੂ, ਮਸ਼ੀਮਾ ਮਾਰੂ, ਫੁਸਾਂਗ, ਲੇਸਾਂਗ, ਫਾਨਸਾਂਗ, ਨਾਮਸਾਂਗ, ਲਾਮਾ, ਕਟਾਨੂ ਮਾਰੂ ਆਦ ਜਹਾਜ਼ ਅੱਗੜ ਪਿਛੜ ਹਾਂਗਕਾਂਗ ਤੋਂ ਕਲਕੱਤੇ, ਮਦਰਾਸ ਜਾਂ ਕੋਲੰਬੋ ਜਾਣ ਲਈ ਰਵਾਨਾ ਹੋਏ। ਗਦਰੀ ਸੰਗਰਾਮੀਆਂ ਨੂੰ ਭਾਰਤ ਜਾ ਕੇ ਗਦਰ ਮਚਾਉਣ ਦਾ ਇੰਨਾ ਚਾਅ ਚੜ੍ਹਿਆ ਹੋਇਆ ਸੀ ਕਿ ਉਹ ਜਹਾਜ਼ਾਂ ਅੰਦਰ ਜੈਕਾਰੇ ਛੱਡਦੇ ਤੇ ਲਲਕਾਰੇ ਮਾਰਦੇ ਆਏ। ਜਹਾਜ਼ਾਂ ਦੇ ਅੰਦਰ ਹਰ ਵੇਲੇ ਕਾਨਫਰੰਸਾਂ ਵਾਲਾ ਮਾਹੌਲ ਬਣਿਆ ਰਹਿੰਦਾ ਸੀ। ਗਦਰ ਅਖਬਾਰ ਵਿੱਚੋਂ ਸੰਗਤੀ ਰੂਪ ਵਿੱਚ ਲੇਖ ਪੜ੍ਹ ਕੇ ਸੁਣਾਏ ਜਾਂਦੇ ਤੇ ਗਦਰ ਦੀ ਗੂੰਜ ਵਿੱਚੋਂ ਜੋਸ਼ੀਲੀਆਂ ਕਵਿਤਾਵਾਂ ਗਾਈਆਂ ਜਾਂਦੀਆਂ ਸਨ। ਰਾਹ ਵਿੱਚ ਜਿਹੜੇ ਵੀ ਘਾਟ ਉੱਤੇ ਜਹਾਜ਼ ਰੁਕਦਾ ਸੀ, ਸਾਰੇ ਮੁਸਾਫਰ ਉਤਰ ਕੇ ਗੁਰਦੁਆਰੇ ਵਿੱਚ ਇਕੱਠੇ ਹੋ ਜਾਂਦੇ ਸਨ ਅਤੇ ਜਿੰਨੇ ਦਿਨ ਜਹਾਜ਼ ਰੁਕਿਆ ਰਹਿੰਦਾ ਸੀ ਉਨੇ ਦਿਨ ਗੁਰਦੁਆਰਿਆਂ ਵਿੱਚ ਨੇਮ ਨਾਲ ਦੀਵਾਨ ਸਜਦੇ ਰਹਿੰਦੇ। ਇਨ੍ਹਾਂ ਦੀਵਾਨਾਂ ਵਿੱਚ ਅੰਗਰੇਜ਼ ਸਰਕਾਰ ਵੱਲੋਂ ਟਾਪੂਆਂ ਵਿੱਚ ਤਾਇਨਾਤ ਕੀਤੇ ਸਿੱਖ ਫੌਜੀ ਤੇ ਪੁਲਿਸੀਏ ਵੀ ਸ਼ਾਮਲ ਹੁੰਦੇ। ਇਸ ਤਰੀਕੇ ਨਾਲ ਜਹਾਜ਼ ਜਿੱਥੋਂ ਦੇ ਵੀ ਲੰਘੇ ਉੱਥੇ ਇਨਕਲਾਬੀ ਮਾਹੌਲ ਸਿਰਜਦੇ ਗਏ। ਸਾਮਰਾਜੀ ਪੇਸ਼ਬੰਦੀਆਂ। ਬਰਤਾਨਵੀ ਸਾਮਰਾਜ ਦੀਆਂ ਸੂਹੀਆ ਏਜੰਸੀਆਂ ਅਮਰੀਕਾ ਤੇ ਕੈਨੇਡਾ ਅੰਦਰ ਗਦਰ ਪਾਰਟੀ ਦੀਆਂ ਸਰਗਰਮੀਆਂ ਉੱਤੇ ਲੰਮੇ ਚਿਰ ਤੋਂ ਤਿੱਖੀ ਨਿਗਾਹ ਰੱਖ ਰਹੀਆਂ ਸਨ। ਬਰਤਾਨਵੀ ਤੇ ਕੈਨੇਡੀਅਨ ਸਰਕਾਰਾਂ ਨੇ ਰਲ ਕੇ ਗਦਰ ਪਾਰਟੀਆਂ ਦੀ ਰਿਪੋਰਟਿੰਗ ਦਾ ਸਾਂਝਾ ਸਿਲਸਿਲਾ ਚਾਲੂ ਕਰ ਲਿਆ ਸੀ। ਸਾਨ ਫਰਾਂਸਿਸਕੋ ਵਿਖੇ ਬਰਤਾਨਵੀ ਕੌਂਸਲ ਜਨਰਲ ਉੱਥੋਂ ਭਾਰਤ ਲਈ ਰਵਾਨਾ ਹੋਣ ਵਾਲਿਆਂ ਦੀ ਸੂਚੀ ਕੈਨੇਡੀਅਨ ਗਵਰਨਰ ਜਨਰਲ ਨੂੰ ਭੇਜਦਾ ਸੀ। ਭਾਰਤ ਸਰਕਾਰ ਵੱਲੋਂ ਕੈਨੇਡਾ ਵਿਸ਼ੇਸ਼ ਤੌਰ ਤੇ ਤਾਇਨਾਤ ਕੀਤਾ ਗਿਆ ਬਦਨਾਮ ਜਾਸੂਸ ਵਿਲੀਅਮ ਹੌਪਕਿਨਸਨ ਇਸ ਸੂਚੀ ਦੀ ਪੁਣਛਾਣ ਕਰਦਾ ਸੀ ਅਤੇ ਫਿਰ ਤਾਰ ਦੇ ਜ਼ਰੀਏ ਭਾਰਤ ਸਰਕਾਰ ਨੂੰ ਸ਼ੱਕੀ ਗਦਰੀਆਂ ਦੇ ਨਾਂ ਤੇ ਸਰਨਾਮੇ ਭੇਜ ਦਿੰਦਾ ਸੀ। ਦਿੱਲੀ ਅੰਦਰ ਕ੍ਰਿਮੀਨਲ ਇੰਟੈਲੀਜੈਂਸ ਦੇ ਡਾਇਰੈਕਟਰ CR ਕਲੈਵੀਲੈਂਡ ਨਾਲ ਉਸ ਦਾ ਸਿੱਧਾ ਰਾਬਤਾ ਬਣ ਗਿਆ ਸੀ। ਉਸ ਦੀ ਨਿਸ਼ਾਨਦੇਹੀ ਤੇ ਪ੍ਰਮੁੱਖ ਗਦਰੀਆਂ ਨੂੰ ਭਾਰਤ ਪਹੁੰਚਣ ਤੇ ਬੰਦਰਗਾਹਾਂ ਤੇ ਹੀ ਕਾਬੂ ਕਰ ਲਿਆ ਗਿਆ ਸੀ। ਮਾੜੇ ਭਾਗਾਂ ਨੂੰ ਉਸ ਵੇਲੇ ਪੰਜਾਬ ਅੰਦਰ ਬਸਤੀਵਾਦੀ ਪ੍ਰਸ਼ਾਸਨ ਦਾ ਮੁਖੀ ਲੈਫਟੀਨੈਂਟ ਗਵਰਨਰ ਮਾਈਕਲ ਉਡਵਾਇਰ ਸੀ। ਉਹ ਬੇਹੱਦ ਚੌਕੰਨਾ ਤੇ ਪ੍ਰਬੀਨ ਪ੍ਰਸ਼ਾਸਕ ਸੀ। ਉਸ ਨੇ ਪੰਜਾਬ ਦੇ ਤਿੰਨੋਂ ਧਾਰਮਿਕ ਭਾਈਚਾਰਿਆਂ ਦੇ ਪਤਵੰਤਿਆਂ ਨਾਲ ਗੂੜਾ ਮੇਲ-ਜੋਲ ਬਣਾ ਰੱਖਿਆ ਸੀ, ਜਿਨ੍ਹਾਂ ਰਾਹੀਂ ਉਸ ਨੂੰ ਰਾਜ ਅੰਦਰਲੇ ਸਾਰੇ ਰਾਜਸੀ ਰੁਝਾਨਾਂ ਤੇ ਸਰਗਰਮੀਆਂ ਦੀ ਖਬਰ ਮਿਲਦੀ ਰਹਿੰਦੀ ਸੀ। ਇਹ ਪਤਵੰਤੇ ਉਸ ਦੀਆਂ ਅੱਖਾਂ ਤੇ ਕੰਨ ਸਨ। ਉਸ ਨੂੰ ਗਦਰ ਲਹਿਰ ਬਾਰੇ ਸਭ ਤੋਂ ਪਹਿਲੀ ਖਬਰ ਲੁਧਿਆਣੇ ਦੇ ਸਰਦਾਰ ਗੱਜਣ ਸਿੰਘ ਰਾਹੀਂ ਦਸੰਬਰ 1913 ਵਿੱਚ ਮਿਲੀ ਸੀ। ਗਦਰ ਪਾਰਟੀ ਵੱਲੋਂ ਪੰਜਾਬ ਅੰਦਰ ਪ੍ਰਚਾਰ ਕਰਨ ਦੇ ਮੰਤਵ ਨਾਲ ਬਹੁਤ ਸਾਰੇ ਜਾਣਕਾਰੀ ਵਿਅਕਤੀਆਂ ਨੂੰ ਅਮਰੀਕਾ ਤੋਂ ਡਾਕ ਰਾਹੀਂ ਗਦਰ ਅਖਬਾਰ ਭੇਜਿਆ ਜਾਂਦਾ ਸੀ। ਸਰਦਾਰ ਗੱਜਣ ਸਿੰਘ ਨੂੰ ਜਦੋਂ ਅਖਬਾਰ ਦਾ ਪਹਿਲਾ ਹੀ ਅੰਕ ਮਿਲਿਆ ਤਾਂ ਉਸ ਨੇ 7 ਦਸੰਬਰ 1913 ਨੂੰ ਇਹ ਅੰਕ ਹੋਰਨਾਂ ਨੂੰ ਪੜ੍ਹਾਉਣ ਦੀ ਬਜਾਏ ਸਿੱਧਾ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਸਰਦਾਰ ਗੱਜਣ ਸਿੰਘ ਤੇ ਕਰਮ ਸਿੰਘ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੇ ਦੋ ਸਕੇ ਭਰਾ ਸਨ,
ਜਿਹੜੇ ਅੰਗਰੇਜ਼ ਹਕੂਮਤ ਦੇ ਪੱਕੇ ਪਿੱਠੂ ਸਨ। ਉਹਨਾਂ ਨੇ ਗਦਰ ਲਹਿਰ ਨੂੰ ਦਬਾਉਣ ਵਿੱਚ ਸਰਕਾਰ ਦਾ ਪੂਰਾ ਸਾਥ ਦਿੱਤਾ ਸੀ। ਸਰਦਾਰ ਗੱਜਣ ਸਿੰਘ ਵਿਧਾਨਕ ਕੌਂਸਲ ਦਾ ਮੈਂਬਰ ਸੀ। ਸਰਦਾਰ ਕਰਮ ਸਿੰਘ ਦਾ ਪੁੱਤਰ ਜਸਟਿਸ ਗੁਰਨਾਮ ਸਿੰਘ 1967 ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ। ਮਾਈਕਲ ਉਡਵਾਰ ਨੇ ਉਦੋਂ ਹੀ ਕੰਨ ਖੜੇ ਕਰ ਲਏ ਸਨ ਅਤੇ ਉਸ ਨੇ ਗਦਰ ਲਹਿਰ ਬਾਰੇ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਜਿਉਂ ਹੀ ਉਸ ਨੂੰ ਅਮਰੀਕਾ, ਕੈਨੇਡਾ ਤੇ ਪੂਰਬੀ ਟਾਪੂਆਂ ਤੋਂ ਭਾਰਤ ਲਈ ਰਵਾਨਾ ਹੋਏ ਦੇਸ਼ ਭਗਤਾਂ, ਜਿਨ੍ਹਾਂ ਚੋਂ ਥੋੜੇ ਜਿਹਿਆਂ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸਨ, ਦੇ ਜਥਿਆਂ ਬਾਰੇ ਪਤਾ ਲੱਗਾ ਤਾਂ ਉਸ ਨੇ ਭਾਰਤ ਦੇ ਬਸਤੀਵਾਦੀ ਪ੍ਰਸ਼ਾਸਨ ਕੋਲ ਗਦਰੀਆਂ ਖਿਲਾਫ ਸਖਤ ਕਾਰਵਾਈਆਂ ਕਰਨ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਸਿਫਾਰਿਸ਼ ਕੀਤੀ। ਉਡਵਾਇਰ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਭਾਰਤ ਸਰਕਾਰ ਨੇ 5 ਸਤੰਬਰ 1914 ਨੂੰ ਇੱਕ ਵਿਸ਼ੇਸ਼ ਫਰਮਾਨ ਆਰਡੀਨੈਂਸ ਜਾਰੀ ਕਰਕੇ ਭਾਰਤ ਅੰਦਰ ਦਾਖਲ ਹੋਣ ਵਾਲੇ ਖਤਰਨਾਕ ਲੋਕਾਂ ਨੂੰ ਗ੍ਰਿਫਤਾਰ ਤੇ ਨਜ਼ਰਬੰਦ ਕਰਨ ਦੇ ਕਾਨੂੰਨੀ ਹੱਕ ਹਾਸਲ ਕਰ ਲਏ ਸਨ। ਇਨਗ੍ਰਾਸ ਇਨਟੂ ਇੰਡੀਆ ਆਰਡੀਨੈਂਸ ਨਾਂ ਦੇ ਇਸ ਫਰਮਾਨ ਰਾਹੀਂ ਭਾਰਤ ਸਰਕਾਰ ਸੂਬਾਈ ਸਰਕਾਰਾਂ ਨੂੰ ਇਹ ਅਖਤਿਆਰ ਦੇ ਸਕਦੀ ਸੀ ਕਿ ਉਹ ਸਮੁੰਦਰੀ ਜਾਂ ਜ਼ਮੀਨੀ ਰਸਤੇ ਭਾਰਤ ਵਿੱਚ ਦਾਖਲ ਹੋਣ ਵਾਲੇ ਅਣਚਾਹੇ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਡੱਕ ਸਕਦੀ, ਗ੍ਰਿਫਤਾਰ ਕਰ ਸਕਦੀ, ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿੱਚ ਨਜ਼ਰਬੰਦ ਕਰ ਸਕਦੀ ਜਾਂ ਪਿੰਡ ਦੀ ਜੂਹ ਅੰਦਰ ਰਹਿਣ ਦਾ ਹੁਕਮ ਚਾੜ ਸਕਦੀ ਸੀ। ਬਾਹਰੋਂ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਭਾਰਤ ਆਉਣ ਵਾਲੇ ਗਦਰੀ, ਕਿਉਂਕਿ ਮੁੱਖ ਤੌਰ ਤੇ ਪੰਜਾਬੀ ਹੀ ਸਨ, ਜਿਨ੍ਹਾਂ ਦੇ ਕਲਕੱਤੇ ਥਾਣੀ ਭਾਰਤ ਵਿੱਚ ਦਾਖਲ ਹੋਣ ਦੀ ਵੱਧ ਸੰਭਾਵਨਾ ਸੀ, ਇਸ ਕਰਕੇ ਇਸ ਫਰਮਾਨ ਦੇ ਇਖਤਿਆਰ ਪਹਿਲਾਂ ਬੰਗਾਲ ਤੇ ਪੰਜਾਬ ਦੀਆਂ ਸਰਕਾਰਾਂ ਨੂੰ ਦਿੱਤੇ ਗਏ। ਬੰਗਾਲ ਦੀ ਸਰਕਾਰ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਕਲਕੱਤੇ ਆਏ ਹਿੰਦੂਆਂ ਨੂੰ ਜਹਾਜ਼ ਉੱਤੇ ਹੀ ਘੇਰ ਲੈਂਦੀ, ਹਰ ਮੁਸਾਫਰ ਦਾ ਆਉਣ ਤੇ ਜਾਣ ਦਾ ਥਾਂ ਟਿਕਾਣਾ ਪੁੱਛਦੀ, ਸਾਰੇ ਮੁਸਾਫਰਾਂ ਦੀ ਤਲਾਸ਼ੀ ਲਈ ਜਾਂਦੀ ਅਤੇ ਪੰਜਾਬ ਪੁਲਿਸ ਨੂੰ ਜਿਹੜੇ ਮੁਸਾਫਰ ਬਾਰੇ ਜ਼ਰਾ ਜਿੰਨਾ ਵੀ ਸ਼ੱਕ ਹੁੰਦਾ ਉਸ ਨੂੰ ਪੁਲਿਸ ਦੇ ਪਹਿਰੇ ਹੇਠ ਲੁਧਿਆਣੇ ਭੇਜ ਦਿੱਤਾ ਜਾਂਦਾ। ਮੁਸਾਫਰਾਂ ਦੀ ਪੁੱਛਗਿੱਛ ਕਰਨ ਲਈ ਲੁਧਿਆਣੇ ਦੇ ਜੇਲ੍ਹ ਘਰ ਨੂੰ ਅੱਡਾ ਬਣਾਇਆ ਗਿਆ ਸੀ। ਗਦਰੀਆਂ ਦੀ ਪੁੱਛ ਪੜਤਾਲ ਕਰਨ ਦਾ ਕਾਰਜ ਪੰਜਾਬ ਦੀ CID ਦੇ ਆਲਾ ਅੰਗਰੇਜ਼ ਅਫਸਰਾਂ ਨੂੰ ਸੌਂਪਿਆ ਗਿਆ ਸੀ, ਜਿਹੜੇ ਦੋ ਦੇਸ਼ ਭਗਤ ਭਾਰਤ ਅੰਦਰ ਪਾਰਟੀ ਦਾ ਕੰਮ ਚਲਾਉਣ ਲਈ ਪਹਿਲਾਂ ਦੇਸ਼ ਭੇਜੇ ਗਏ ਸਨ। ਉਹਨਾਂ ਨੂੰ ਜਦੋਂ ਸਰਕਾਰ ਦੇ ਇਹਨਾਂ ਕਦਮਾਂ ਦੀ ਸੂਹ ਮਿਲ ਗਈ ਤਾਂ ਉਹਨਾਂ ਵਿੱਚੋਂ ਇੱਕ ਭਾਈ ਗਾਂਧਾ ਸਿੰਘ ਦੇਸ਼ ਨੂੰ ਪਰਤ ਰਹੇ ਗਦਰੀਆਂ ਨੂੰ ਖਬਰਦਾਰ ਕਰਨ ਲਈ ਉਸੇ ਵੇਲੇ ਸ਼ੰਘਾਈ ਚਲਾ ਗਿਆ। ਉਸ ਨੇ ਸ਼ੰਘਾਈ ਤੋਂ ਭਾਰਤ ਨੂੰ ਚੱਲਣ ਦੀਆਂ ਤਿਆਰੀਆਂ ਕਰ ਰਹੇ ਗਦਰੀਆਂ ਨੂੰ ਸਰਕਾਰ ਦੀਆਂ ਉਪਰੋਕਤ ਸਰਗਰਮੀਆਂ ਬਾਰੇ ਚੌਕੰਨੇ ਕਰ ਦਿੱਤਾ। ਇਹ ਪਤਾ ਲੱਗਣ ਤੇ ਭਾਈ ਨਿਧਾਨ ਸਿੰਘ ਚੋਗਾ ਨੇ ਸਭ ਘਾਟਾਂ ਉੱਤੇ ਤਾਰਾਂ ਖੜਕਾ ਦਿੱਤੀਆਂ ਕਿ ਹਾਂਗਕਾਂਗ ਤਲਾਸ਼ੀ ਹੋ ਜਾਣੀ ਹੈ ਅਤੇ ਕਲਕੱਤੇ ਸਾਰਿਆਂ ਦੀ ਕਰੜੀ ਪੁੱਛ ਪੜਤਾਲ ਹੋਣੀ ਹੈ। ਇਸ ਤੇ ਸਭ ਗਦਰੀ ਸਾਵਧਾਨ ਹੋ ਗਏ। ਹਥਿਆਰ, ਪੱਤਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਮਲਾਹਾਂ ਨਾਲ ਰਲ ਕੇ ਲੁਕਾ ਛਪਾ ਲਈਆਂ ਅਤੇ ਪਤੇ ਸਰਨਾਵੇਂ ਤੇ ਗਦਰ ਦੀਆਂ ਗੂੰਜਾਂ ਦੀਆਂ ਕਵਿਤਾਵਾਂ ਜ਼ਬਾਨੀ ਯਾਦ ਕਰ ਲਈਆਂ। ਵਾਧੂ ਸਮਾਨ, ਕਿਤਾਬਾਂ ਤੇ ਕਾਗਜ਼ ਪੱਤਰ ਆਦਿ ਸਮੁੰਦਰ ਵਿੱਚ ਸੁੱਟ ਦਿੱਤੇ। ਪੁਲਿਸ ਦੀ ਪੁੱਛਗਿੱਛ ਦੇ ਜਵਾਬ ਇੱਕ ਦੂਜੇ ਦੀ ਮਦਦ ਨਾਲ ਘੜ ਲਏ ਗਏ। ਬਹੁਤ ਸਾਰੇ ਗਦਰੀ ਲੀਡਰ ਇਨ੍ਹਾਂ ਜਵਾਬਾਂ ਦੀ ਚਾਤਰੀ ਕਰਕੇ ਗ੍ਰਿਫਤਾਰੀ ਤੇ ਨਜ਼ਰਬੰਦੀ ਤੋਂ ਬਚ ਗਏ। ਕਈ ਗਦਰੀ ਕਲਕੱਤੇ ਦਾ ਰਾਹ ਛੱਡ ਕੇ ਹਾਂਗਕਾਂਗ ਤੋਂ ਮਦਰਾਸ ਜਾਂ ਕੋਲੰਬੋ, ਲੰਕਾ ਨੂੰ ਚਲੇ ਗਏ। ਸਰਕਾਰ ਨੂੰ ਗਦਰੀਆਂ ਦੇ ਇਨ੍ਹਾਂ ਰਸਤਿਆਂ ਰਾਹੀਂ ਆਉਣ ਦੀ ਸੂਹ ਬਹੁਤ ਪਛੜ ਕੇ ਅਕਤੂਬਰ ਮਹੀਨੇ ਦੇ ਅਖੀਰ ਵਿੱਚ ਜਾ ਕੇ ਮਿਲੀ। ਉਦੋਂ ਤੱਕ ਬਹੁਤ ਸਾਰੇ ਇਨਕਲਾਬੀ ਇਨ੍ਹਾਂ ਰਸਤਿਆਂ ਥਾਣੀ ਬਚ ਬਚਾ ਕੇ ਪੰਜਾਬ ਪਹੁੰਚ ਗਏ ਸਨ। ਭਾਈ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ 15-16 ਸਤੰਬਰ ਨੂੰ ਕੋਲੰਬੋ ਦੇ ਘਾਟ ਤੇ ਉਤਰੇ ਸਨ। ਉੱਥੋਂ ਉਹ ਕਿਸ਼ਤੀ ਰਾਹੀਂ ਭਾਰਤ ਦੇ ਦੱਖਣੀ ਸਿਰੇ ਤੇ ਪੰਬਨ ਟਾਪੂ ਦੀ ਦੱਖਣੀ ਪੂਰਬੀ ਕੰਨੀ ਉੱਤੇ ਸਥਿਤ ਧਨੁਸ਼ਕੋੜੀ ਨਾਂ ਦੇ ਤੀਰਥ ਸਥਾਨ ਤੇ ਜਾ ਪਹੁੰਚੇ। ਉਸ ਵੇਲੇ ਧਨੁਸ਼ਕੋੜੀ ਨੂੰ ਮਦਰਾਸ ਨਾਲ ਜੋੜਦੀ ਰੇਲ ਪਟੜੀ ਹੁੰਦੀ ਸੀ। ਦਸੰਬਰ 1964 ਵਿੱਚ ਇੱਕ ਭਿਆਨਕ ਸਮੁੰਦਰੀ ਤੂਫਾਨ ਇਸ ਪਟੜੀ ਨੂੰ ਵਹਾ ਕੇ ਲੈ ਗਿਆ ਸੀ। ਇਹ ਪਟੜੀ ਉਸ ਤੋਂ ਬਾਅਦ ਮੁੜ ਕੇ ਚਾਲੂ ਨਹੀਂ ਹੋ ਸਕੀ। ਸਰਾਭਾ ਤੇ ਰਘਬੀਰ ਦਿਆਲ ਗੁਪਤਾ ਨੇ ਧਨੁਸ਼ਕੋੜੀ ਦੇ ਰੇਲਵੇ ਸਟੇਸ਼ਨ ਤੋਂ ਗੱਡੀ ਫੜੀ ਤੇ ਮਦਰਾਸ ਅੱਪੜ ਗਏ।
ਕਰਤਾਰ ਸਿੰਘ ਸਰਾਭਾ ਉਥੋਂ ਰੇਲ ਗੱਡੀ ਰਾਹੀਂ ਸਿੱਧਾ ਲੁਧਿਆਣੇ ਚਲਾ ਗਿਆ। ਰਘਬੀਰ ਦਿਆਲ ਦਾ ਕੀ ਬਣਿਆ, ਇਸ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਮਿਲਦਾ। ਜੈਕ ਨਾਂ ਦਾ ਜਿਹੜਾ ਅਮਰੀਕੀ ਗੋਰਾ ਸਰਾਭੇ ਨਾਲ ਕੋਲੰਬੋ ਤੱਕ ਪਹੁੰਚ ਗਿਆ ਸੀ, ਉਸ ਕੋਲ ਲੋੜੀਂਦੇ ਕਾਗਜ਼ ਪੱਤਰ ਨਾ ਹੋਣ ਕਰਕੇ ਉਸ ਨੂੰ ਭਾਰਤ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ ਸੀ, ਜਿਸ ਕਰਕੇ ਉਹ ਭਾਰੇ ਮਨ ਨਾਲ ਕੋਲੰਬੋ ਤੋਂ ਅਮਰੀਕਾ ਨੂੰ ਮੁੜ ਗਿਆ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 20, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।